ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਹੰਟਰ ਬਾਈਡਨ ਦੇ ਉੱਤੇ ਜੋ ਇਲਜ਼ਾਮ ਲੱਗ ਰਹੇ ਨੇ, ਟੈਕਸ ਚੋਰੀ ਦੇ ਵੀ, ਦੂਸਰੇ ਮੁਲਕਾਂ ਦੇ ਵਿੱਚ ਪੈਸੇ ਦੇ ਲੈਣ ਦੇਣ ਦੇ ਵੀ, ਹੋਰ ਵੀ ਕਈ ਤਰ੍ਹਾਂ ਦੇ ਵਿਰੋਧੀ ਧਿਰ ਇਲਜ਼ਾਮ ਲਗਾ ਰਹੇ ਨੇ, ਤਾਂ ਜੋ ਬਾਈਡਨ ਸਾਹਿਬ ਇਸ ਤੋਂ ਮੁਨਕਰ ਨੇ ਕਿ ਇਹ ਸਭ ਪ੍ਰੋਪੇਗੰਡਾ ਹੈ, ਇਹ ਸਭ ਪੋਲੀਟੀਕਲ ਸਟੰਟ ਹੈ। ਮੈਨੂੰ ਆਪਣੇ ਬੇਟੇ ਤੇ ਗਰਵ ਹੈ। ਖੁੱਲ੍ਹ ਕੇ ਬਾਈਡਨ ਸਾਹਿਬ, ਹੰਟਰ ਬਾਈਡਨ ਆਪਣੇ ਬੇਟੇ ਦੀ ਸਪੋਰਟ ਦੇ ਵਿੱਚ ਆਏ ਨੇ ਔਰ ਉਹਨਾਂ ਨੇ ਇਹ ਸਾਰੇ ਜੋ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਇਸ ਤੋਂ ਇਨਕਾਰ ਕੀਤਾ। ਦੂਜੀ ਘਟਨਾ ਜੋ ਪੂਰੀ ਦੁਨੀਆ ਜਿਸ ਨੂੰ ਦੇਖਦੀ ਪਈ ਹੈ ਕਿ ਇੱਕ ਤਬਾਹੀ ਦਾ ਮੰਜ਼ਰ ਅਮਰੀਕਾ ਦੇ ਵਿੱਚ, ਜੋ ਹਵਾਈ ਦੇ ਵਿੱਚ ਅੱਗ ਲੱਗੀ ਜੰਗਲਾਂ ਦੇ ਵਿੱਚ, ਔਰ ਕਈ ਇਤਿਹਾਸਿਕ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ, ਹਵਾਈ ਅੱਡੇ ਤੱਕ ਨੂੰ ਨੁਕਸਾਨ ਹੋਇਆ। ਔਰ ਕਹਿੰਦੇ ਨੇ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ, ਇਹ ਭਿਆਨਕ ਘਟਨਾ ਹੈ ਜਿਹਦੇ ਵਿੱਚ 90 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਬਹੁਤ ਜ਼ਿਆਦਾ ਤਬਾਹੀ ਹੋਈ ਹੈ। ਸੋ ਇੰਨਾ ਜ਼ਿਆਦਾ ਇਹਦੇ ਵਿੱਚ ਖਤਰਨਾਕ ਕਿਸਮ ਨਾਲ ਅੱਗ ਦੇ ਵਿੱਚ ਲੋਕ ਝੁਲਸ ਗਏ ਕਿ ਉਹਨਾਂ ਦੀ ਡੈੱਡ ਬਾਡੀਜ਼ ਨੂੰ ਪਛਾਣਨਾ ਵੀ ਮੁਸ਼ਕਿਲ ਹੋ ਚੁੱਕਾ ਹੈ, ਕਿਉਂਕਿ ਸਿਰਫ ਜਿਹਨੂੰ ਕਹਿੰਦੇ ਨੇ ਨਾ ਕੁਝ ਪਾਰਟਸ ਹੀ ਬਚੇ ਨੇ ਸਰੀਰਾਂ ਦੇ, ਇਸ ਕਰਕੇ ਪਹਿਚਾਨਣਾ ਮੁਸ਼ਕਿਲ ਹੋ ਰਿਹਾ ਹੈ। ਸੋ ਇਹ ਭਿਆਨਕ ਤਬਾਹੀ ਹੈ। ਫਿਲਹਾਲ अलर्ट पे है सब कुछ और बाइडन साहब ने सेना भी भेजी हुई है और सब कुछ अलर्ट पे है। दूसरे पासे अमेरिका अपने पानियों की सुरक्षा वास्ते भी पूरी तरह अलर्ट है। अमेरिका ने अपनी नेवी ਨੂੰ ਵੀ अलर्ट किया हुआ है कि अपनी समुद्री सीमावां की रक्षा के वास्ते बिल्कुल तत्पर रहो, बिल्कुल अलर्ट रहो। सो ये कुछ अमेरिका की धरती तो न्यूज़ ने। बाकी UNO वालों और यूनिसेफ वालों हमेशा की तरह शांति का संदेश पूरी दुनिया के पहुँचाया जा रहा है और हमेशा इस गल की तवक्को की जाती है, इस गल की एक्सपैक्टेशनस रखिया जांदियां ने कि जिन्ने युद्ध ने वो खत्म होण, जिन्ने गैर कानूनी धंधे ने वो खत्म होण, जिथे जिथे ह्यूमन राइट्स नूं खतरा है वो खतरा नहीं होना चाहिए। ह्यूमन राइट्स के उत्ते ही आधारित सब का जीवन सुरक्षित होना चाहिए। ये तमाम गल्लां चलदियां ने और फिर भी एक गल विचार करने वाली है कि सानू सारे इंसानां नूं सोझी कदों आउणी है, क्योंकि असी सब कुछ जानते बुझते हुए उहिओ गलतियां करते हैं ਜਿਹੜੀਆਂ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਹੁਣ ਚੱਲਦੇ ਹਾਂ ਆਪਣੇ ਪੰਜਾਬ ਦੇ ਮਸਲਿਆਂ ਵੱਲ, ਆਪਣੇ ਭਾਰਤ ਦੇ ਮਸਲਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਤੁਸੀਂ ਆਪਣੀ ਧਰਤੀ ਵੱਲ ਪਰਤੇ ਔਰ ਆਪਣੇ ਦੇਸ਼ ਦੀ ਗੱਲ ਕਰਾਂਗੇ, ਭਾਰਤ ਦੀ, ਔਰ ਨਾਲ ਲੱਗਦੇ ਬਾਕੀ ਸੂਬਿਆਂ ਦੀ ਤੇ ਪੰਜਾਬ ਦੀ ਜਿਹੜੇ ਮਸਲੇ ਇਸ ਵੇਲੇ ਗਰਮ ਨੇ, ਸਰਗਰਮ ਨੇ, ਔਰ ਉਹਨਾਂ ਦੀ ਨਜ਼ਰ ਅਸੀਂ ਕਰਾਂਗੇ ਸਾਂਝੀ ਸਾਰੇ ਆਪਣੇ ਦਰਸ਼ਕਾਂ ਨਾਲ। ਔਰ ਉਹਦੇ ਵਿੱਚ ਕਿਹੜਾ ਮਸਲਾ ਜਿਹੜਾ ਇਸ ਵੇਲੇ ਅਸੀਂ ਬਿਲਕੁਲ ਉਹਨੂੰ ਮੰਨ ਰਹੇ ਹਾਂ ਕਿ ਉਹ ਸਾਡੇ ਦਰਸ਼ਕ ਸਾਂਝਾ ਕਰਨਾ ਚਾਹ ਰਹੇ ਨੇ ਆਪਸੀ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੀ, ਅਸੀਂ ਗੱਲ ਕਰ ਰਹੇ ਹਾਂ ਵਿਦੇਸ਼ ਦੀ ਜੀ, ਤਾਂ ਕਿਉਂ ਨਾ ਫਿਰ ਵਿਦੇਸ਼ਾਂ ਦੀ ਹੀ ਯਾਤਰਾ ਕਰੀਏ, ਵੱਖ-ਵੱਖ ਦੇਸ਼ਾਂ ਦੀ ਜੋ ਜਿੱਥੋਂ ਦੀ ਜੋ ਪ੍ਰਕਿਰਿਆ ਹੈ। ਕਿਤੇ ਕੁਝ ਪੋਲੀਟੀਕਲ ਹਾਲਾਤ ਤੇ ਕਿਸੇ ਕੁਝ ਇਕਨੋਮਿਕ ਹਾਲਾਤ ਨੇ, ਤਾਂ ਚੀਨ ਦੇ ਨਾਲ ਸਾਡਾ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ, ਜਿਹਨੂੰ ਕਹਿੰਦੇ ਨੇ ਅੱਡੀ ਟੱਪਾ ਲਾਈ ਲੱਖ ਦਾ, ਉਹ ਵਾਲਾ ਹਿਸਾਬ ਹੈ। ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ, ਸੀਮਾਵਾਂ ਨੂੰ ਲੈ ਕੇ, ਔਰ ਚੀਨ ਦਾ ਤੇ ਆਪਣੇ ਹਰ ਮੁਲਕ ਜਿਹੜਾ ਪੜੋਸੀ ਮੁਲਕ ਹੈ ਉਹਦੇ ਨਾਲ ਪੰਗਾ ਹੀ ਲੱਗਾ ਹੋਇਆ ਕਿ ਬਾਰਡਰਸ ਨੂੰ ਲੈ ਕੇ ਹਮੇਸ਼ਾ। ਤਾਂ ਸਾਡੇ ਨਾਲ ਵੀ ਹੈ, ਪਰ ਹੁਣ ਕਹਿੰਦੇ ਨੇ ਕਿ ਜਿਹੜੇ ਹਾਈ ਕਮਾਂਡਰਸ ਨੇ ਦੋਵਾਂ ਸੈਨਾਵਾਂ ਦੇ, ਉਹਨਾਂ ਦੀ ਇੱਕ ਉੱਚ ਪੱਧਰੀ ਮੀਟਿੰਗ ਹੋਣੀ ਹੈ, ਯਾਨੀ ਕਿ ਫੌਜੀਆਂ ਦੀ ਮੀਟਿੰਗ ਹੋਣੀ ਹੈ। ਉਹਦੇ ਵਿੱਚ ਇਹ ਸਾਰੇ ਮਸਲੇ ਹੱਲ ਕੀਤੇ ਜਾਣੇ ਨੇ ਔਰ ਇਹ ਮੀਟਿੰਗ ਕਾਫੀ ਦੇਰ ਤੋਂ ਡਿਊ ਸੀ, ਹੁਣ ਇਹ ਸਮਾਂ ਫਿਕਸ ਹੋਇਆ ਹੈ। ਔਰ ਫਿਰ ਤੋਂ ਉਹੀ ਪੁਰਾਣੀ ਗੱਲ ਕਿ ਭਰਾਤਰੀ ਭਾਵ ਦੇ ਨਾਲ, ਜਿਵੇਂ 1962 ਦੀ ਜੰਗ ਤੋਂ ਪਹਿਲਾਂ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਲੱਗਾ ਸੀ, ਹੁਣ ਫਿਰ ਤੋਂ ਭਰਾਤਰੀ ਭਾਵ ਦੇ ਨਾਲ ਮਿਲ ਕੇ ਬਾਰਡਰਸ ਦੇ ਮਸਲੇ ਹੱਲ ਕਰਨਾ ਚਾਹੁੰਦੇ ਨੇ। ਹਾਂ, ਇਹ ਬੜੀ ਦੇਰ ਦਾ ਮਸਲਾ ਰਿਹਾ ਉਹਨਾਂ ਨਾਲ ਉਲਝਿਆ, ਇਸ ਕਰਕੇ ਕਿ ਗਲਵਾਨ ਦੀ ਘਾਟੀ 'ਤੇ ਜਦੋਂ ਹੋਈ ਹੈ ਇਹ ਦਹਿਸ਼ਤਗਰਦੀ ਦਾ ਹਮਲਾ, ਉਹਦੇ ਵਿੱਚ ਸਾਡੇ ਬਹੁਤ ਜਵਾਨ ਮਾਰੇ ਵੀ ਗਏ ਔਰ ਇਹਨਾਂ ਨਾਲ ਗੁੱਥਮ ਗੁੱਥਾ ਵੀ ਹੋਏ ਔਰ ਵੈਪਨ ਵੀ ਇੱਕ ਦੂਜੇ 'ਤੇ ਚੱਲੇ ਔਰ ਬੰਬਾਰਮੈਂਟ ਵੀ ਹੋਈ, ਬੜਾ ਕੁਛ ਹੋਇਆ। ਉਸ ਮਸਲੇ ਨੂੰ ਲੈ ਕੇ ਲਦਾਖ, ਤਿੱਬਤ ਔਰ ਜਿਹੜਾ ਲੇਹ ਦਾ ਏਰੀਆ, ਜਿੱਥੇ ਸਾਡੇ ਬਾਰਡਰ ਨੇ, ਉਹ ਜਿਹੜੀ ਕੰਟਰੋਲ ਰੇਖਾ ਹੈਗੀ ਆ LAC, ਉਹਦੀ ਜਿਹੜੀ ਅਜੇ ਤੱਕ ਵੀ ਸਾਡੀ ਉਹ ਕਲੀਅਰ ਨਹੀਂ ਹੋ ਸਕੀ ਕਿ ਸਾਡੇ ਕੋਲ ਕਿੰਨਾ ਹਿੱਸਾ ਤਾਂ ਉਹਨਾਂ ਕੋਲ ਕਿੰਨਾ ਗਾ। ਜਿਹਦਾ ਜ਼ੋਰ ਪੈਂਦਾ ਉਹ ਅੱਗੇ ਆ ਜਾਂਦਾ। ਚਾਈਨਾ ਜਿਹੜਾ 1962 ਦੀ ਜੰਗ ਤੋਂ ਇਸ ਪਾਸੇ ਵੱਲ ਆ ਗਿਆ ਸੀ, UNO ਨੇ ਚਿੱਟਾ ਝੰਡਾ ਚੜ੍ਹਾ ਕੇ ਜਦੋਂ ਨੋ ਫਾਇਰਿੰਗ ਦਾ ਆਰਡਰ ਕੀਤਾ, ਬੰਦ ਹੋ ਗਿਆ, ਉਦੋਂ ਬਾਅਦ ਇਹ ਜਿੱਥੇ ਕਬਜ਼ਾ ਕੀਤਾ ਸੀ ਕਬਜ਼ਾ ਇਹਨਾਂ ਦਾ ਰਿਹਾ। ਔਰ ਭਾਰਤ ਨੇ ਵੀ ਬਹੁਤਾ ਇਹਦੇ 'ਤੇ ਜ਼ਿਆਦਾ ਜ਼ੋਰ ਨਹੀਂ ਲਾਇਆ। ਉਦੋਂ ਨਹਿਰੂ ਜੀ ਸਨ ਪ੍ਰਧਾਨ ਮੰਤਰੀ ਔਰ ਉਹਨਾਂ ਨੇ ਵੀ ਨਹੀਂ ਕਿਹਾ, ਕਿਉਂਕਿ ਇਸ ਕਰਕੇ ਕਿ ਪਲੇਨ ਏਰੀਆ ਨਹੀਂ, ਕੋਈ ਉਪਜਾਊ ਨਹੀਂ, ਪਹਾੜੀ ਏਰੀਆ ਸੀ, ਇਹਨਾਂ ਨੇ ਨਹੀਂ ਲਿਆ। ਔਰ ਇਸ ਕਰਕੇ ਬੜੀ ਦੇਰ ਦਾ ਇਹ ਗੁੱਥਮ-ਗੁੱਥਾ ਹੋ ਰਿਹਾ, ਕਲੈਰਿਟੀ ਨਹੀਂ ਆਈ ਕਿ ਸਾਡੇ ਕੋਲ ਜਿਹੜੀ ਕੰਟਰੋਲ ਰੇਖਾ ਕਿੰਨੀ ਹੈ ਅਤੇ ਇਹਨਾਂ ਕੋਲ ਕਿੰਨੀ ਆ। ਉਹ ਇਸੇ ਕਰਕੇ ਫੌਜੀ ਲੜ ਪੈਂਦੇ ਉੱਥੇ, ਉਹ ਅੱਗੇ ਆਉਂਦੇ ਆ, ਇਹ ਨਹੀਂ ਆਉਣ ਦਿੰਦੇ। ਉਹ ਆਪਸੀ ਅੱਜ
ਮੀਟਿੰਗ ਹੈਗੀ ਉੱਥੇ ਕਮਾਂਡਰ ਜਿੰਨੇ ਸਾਡੇ ਚੀਫ ਆਫ ਦੀ ਆਰਮੀ ਸਟਾਫ ਔਰ ਬਾਕੀ ਕਮਾਂਡਰ ਨੇ ਚਾਰੇ ਸੈਨਾਵਾਂ ਦੇ, ਉਹਨਾਂ ਨੇ ਇਕੱਠੇ ਹੋ ਕੇ ਉੱਥੇ ਮੀਟਿੰਗ ਰੱਖੀ ਆ। ਉਹਨਾਂ ਦੇ ਵੀ ਸੈਨਾ ਦੇ ਹੈੱਡ ਆ ਰਹੇ ਆ ਔਰ ਇਹ ਸਾਰੇ ਮਿਲ ਕੇ ਗੱਲਬਾਤ ਕਰਨਗੇ, ਕਿਉਂਕਿ ਇਹ ਗੱਲ ਬਹੁਤ ਜ਼ਰੂਰੀ ਸੀ। ਜਿਹੜੇ ਆਪਸੀ ਗੱਲਬਾਤ ਕਰ ਰਹੇ ਆ ਅਧਿਕਾਰੀ, ਜਿਨ੍ਹਾਂ ਵਿੱਚ ਸਾਡੇ ਵਿਦੇਸ਼ ਮੰਤਰੀ ਹੁੰਦੇ ਆ ਜਾਂ ਡਿਫੈਂਸ ਮਿਨਿਸਟਰ ਹੁੰਦੇ ਆ, ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ। ਜ਼ਮੀਨ ਦੀ ਸਾਰੀ ਵੰਡ ਦਾ ਸਾਰਾ ਕੁਝ ਜਿਹੜਾ ਸਮਝ ਹੁੰਦੀ ਹੈ ਇਹ ਫੌਜੀਆਂ ਨੂੰ ਜ਼ਿਆਦਾ ਪਤਾ ਹੁੰਦਾ, ਕਮਾਂਡਰਾਂ ਨੂੰ, ਕਿਉਂਕਿ ਅੱਗੇ ਐਡਵਾਂਸ ਵੀ ਕਰਦੇ ਆ, ਰੈਕੀ ਵੀ ਕਰਦੇ ਆ, ਪੈਟਰੋਲਿੰਗ ਵੀ ਕਰਦੇ ਆ, ਫਾਇਰਿੰਗ ਵੀ ਕਰਦੇ ਆ, ਏਰੋ ਅਟੈਕ ਵੀ ਕਰਦੇ, ਉੱਪਰੋਂ ਜਾ ਕੇ ਜਹਾਜ਼ ਵੀ ਜਾਂਦੇ ਆ। ਇਹਨਾਂ ਕੋਲ ਨਕਸ਼ੇ ਆ ਪੂਰੇ। ਔਰ ਮੇਰਾ ਖਿਆਲ ਹੈ ਕਿ ਐਤਕੀ ਜਿਹੜੀ ਗੱਲ ਹੈਗੀ ਆ ਬਹੁਤ ਸਿਰੇ ਚੜ੍ਹ ਜੂਗੀ। ਅੱਗੇ 2020 'ਚ ਵੀ ਹੋਈ ਆ ਇਹ ਗੱਲ, ਜਿਹੜੀ ਹੁਣ ਚੌਥੀ ਪੰਜਵੀਂ ਵਾਰ ਗੱਲ ਦੁਬਾਰਾ ਹੋ ਰਹੀ ਕਮਾਂਡਰਸ ਦੀ। ਪਹਿਲੋਂ ਮਿਨਿਸਟਰਾਂ ਨੇ ਆਪਸੀ ਗੱਲਬਾਤ ਬਹੁਤ ਕੀਤੀ ਇਹਨਾਂ ਨਾਲ, ਪਰ ਨਹੀਂ ਸਿਰੇ ਚੜ੍ਹੀ। ਪਰ ਹੁਣ ਜਿਹੜੀ ਗੱਲਬਾਤ ਇਹਨਾਂ ਨੇ ਆਪਸੀ ਫੌਜੀ ਕਮਾਂਡਰ ਉਹਨਾਂ ਦੀ ਵੀ ਅਤੇ ਸਾਡੇ ਫੌਜੀ ਕਮਾਂਡਰ ਵੀ ਇਕੱਠੇ ਹੋ ਕੇ ਸਾਰੇ ਗੱਲਬਾਤ ਕਰਨਗੇ। ਵਾਰਤਾ ਬੈਠਕ ਹੈਗੀ ਉਹਨਾਂ ਦੀ। ਔਰ ਲੇਹ ਦੇ ਏਰੀਆ ਔਰ ਤਿੱਬਤ ਦਾ ਅਤੇ ਜਿਹੜਾ ਲੱਦਾਖ ਦਾ, ਨੇਫਾ ਲੱਦਾਖ ਜਿਹਨੂੰ ਕਹਿੰਦੇ, ਉਹ ਸਾਰਾ ਏਰੀਆ ਜਿਹੜਾ ਦੁਬਾਰਾ ਉਹ ਵੰਡ ਵੰਡਾਈ ਵਿੱਚ ਆ ਵੀ ਸਕਦਾ। ਔਰ ਇਹਦੇ ਵਿੱਚ ਮੇਰਾ ਖਿਆਲ ਕਿਸੇ ਹੋਰ ਦੇਸ਼ ਦੀ ਸ਼ਮੂਲੀਅਤ ਨਹੀਂ, ਨਾ ਕੋਈ ਹੋਰ ਦੇਸ਼ ਇਹਦੇ ਵਿੱਚ ਹਿੱਸਾ ਲਊਗਾ। ਜੇ ਹੈਗੇ ਤਾਂ ਦੋਨੇ ਦੇਸ਼ ਹੈ ਜਿਨ੍ਹਾਂ ਦਾ ਆਪਸੀ ਝਗੜਾ, ਆਪਸੀ ਰੌਲਾ ਰੱਪਾ ਹੈਗਾ, ਉਹਨੂੰ ਦੂਰ ਕਰਨ ਲਈ ਫੌਜੀ ਕਮਾਂਡਰ ਅੱਜ ਮਿਲ ਕੇ ਗੱਲਬਾਤ ਕਰਨਗੇ ਔਰ ਉਹ ਨਕਸ਼ਾ ਲੈ ਕੇ ਕਰਨਗੇ ਕਿ ਕਿੰਨਾ ਹਿੱਸਾ ਸਾਡਾ ਵਾ ਔਰ ਕਿੰਨਾ ਤੁਹਾਡਾ ਹੈਗਾ। ਪੁਰਾਣਾ ਨਕਸ਼ਾ ਜਿਹੜਾ ਸਾਡਾ ਮੈਪ ਸੀਗਾ ਜਦੋਂ 1947 ਦੀ ਵੰਡ ਹੋਈ ਆ, ਜਦੋਂ ਸਾਨੂੰ ਜਿੰਨਾ ਹਿੱਸਾ ਮਿਲਿਆ, ਜਿੰਨਾ ਏਰੀਆ ਹੈਗਾ, ਉਹ ਏਰੀਏ ਤੱਕ ਇਹਨਾਂ ਨੇ ਆਪਣਾ ਅਧਿਕਾਰ ਜਮਾਈ ਕਰਨੀ ਹੈਗਾ। LAC ਜਿਹੜੀ ਕੰਟਰੋਲ ਰੇਖਾ ਲਾਈਨ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨਗੇ, ਉਹਨਾਂ ਨੂੰ ਦੱਸਣਗੇ। ਕਮਾਂਡਰ ਜਿਹੜੇ ਆਪਸੀ ਨਹੀਂ ਲੜਦੇ, ਚੁੱਪੀ ਤੇ ਗੱਲ ਕਰਦੇ, ਜੋ ਕਿ ਕਿਉਂਕਿ ਹਾਇਰ ਰੈਂਕ ਦੇ ਹੁੰਦੇ ਆ ਔਰ ਸਾਰੀ ਇਹਦੇ 'ਚ ਨੀਤੀ ਰਣਨੀਤੀ ਡਿਸਕਸ ਹੋਣੀ ਹੈ ਦੋਨਾਂ ਦੇਸ਼ਾਂ ਦੀ। ਲੜਾਈ ਜਦੋਂ ਹੁੰਦੀ ਹੈ ਛੋਟੇ ਰੈਂਕ ਤੱਕ ਆਪੋ ਵਿੱਚ ਗਾਲੋ ਵਾਲੀ ਜਾਂ ਆਪੋ ਵਿੱਚ ਲੜਾਈ ਝਗੜਾ ਹੋ ਜਾਂਦਾ, ਫਾਇਰਿੰਗ ਵੀ ਹੁੰਦੀ ਹੈ ਜਿੱਦਾਂ ਪਾਕਿਸਤਾਨ ਨਾਲ ਹੁੰਦੀ ਸਾਡੀ, ਇਸੇ ਤਰ੍ਹਾਂ ਇਹਨਾਂ ਨਾਲ ਹੁੰਦੀ ਆ। ਬੰਗਲਾਦੇਸ਼ ਦੀ ਲੜਾਈ ਤੋਂ ਬਾਅਦ ਜਿਹੜੇ 2-3 ਸਰਹੱਦਾਂ ਜ਼ਿਆਦਾ ਵੱਧ ਗਈਆਂ ਸੀ, ਬੰਗਲਾਦੇਸ਼ ਦੀ, ਫਿਰ ਨੇਪਾਲ ਦੀ, ਫਿਰ ਇੱਧਰੋਂ ਸਾਡਾ ਇਹ ਅਫਗਾਨਿਸਤਾਨ, ਫਿਰ ਰਸ਼ੀਆ, ਅਤੇ ਫਿਰ ਇਹ ਸਾਡਾ ਜਿਹਦੇ ਨਾਲ ਰਿਹਾ ਸਾਡਾ ਰੌਲਾ ਚਾਈਨਾ ਦਾ। ਕਿਉਂਕਿ ਬਾਕੀ ਦੇਸ਼ਾਂ ਨੂੰ ਸਾਡੀ ਲਾਈਨ ਦਾ ਪਤਾ ਵੀ ਕਿੱਥੇ ਹੈ ਸਾਡੀ ਲਾਈਨ। ਇਸ ਲਾਈਨ ਦੀ ਥੋੜ੍ਹੀ ਗੜਬੜੀ ਰਹੀ ਹੈ, ਇਹ ਅੱਜ ਕਲੀਅਰ ਹੋਊਗੀ ਕਿ ਸਾਡੀ ਕਿੱਥੋਂ ਤੱਕ ਜ਼ਿੰਮੇਵਾਰੀ ਬਣਦੀ ਹੈ ਰਹਿਣ। ਬਿਲਕੁਲ ਕਲੀਅਰ ਹੋਣੀ ਚਾਹੀਦੀ, ਬਲਕਿ ਕਲੀਅਰ ਹੈਗੀ ਹੈ। ਹਾਂ, ਉਹ ਜਿਹੜੀਆਂ ਵੱਖ-ਵੱਖ ਸਮੇਂ ਦੇ ਉੱਤੇ ਮੁਹਿੰਮਾਂ ਹੋਈਆਂ ਨੇ ਉਹਦੇ ਵਿੱਚ ਕੰਟਰੋਲ ਕੀਤਾ ਗਿਆ ਹੈ। ਔਰ 1962 ਦੇ ਵਿੱਚ ਜਿੱਥੇ ਤੱਕ ਵਧ ਆਈ ਸੀ ਸੈਨਾ, ਕਿਉਂਕਿ ਅਸੀਂ ਭਾਰਤ ਵੱਲੋਂ ਇੰਨਾ ਰਿਟੈਲੀਏਟ ਨਹੀਂ ਕਰ ਸਕੇ ਸੀ, ਸਾਡੀਆਂ ਸੈਨਾਵਾਂ ਕੋਲ ਇੰਨਾ ਜ਼ਿਆਦਾ ਅਸਲਾ ਨਹੀਂ ਸੀ। ਔਰ ਜੋ ਚਾਈਨਾ ਦੀ ਸੈਨਾ ਸੀ, ਇੱਕ ਤਾਂ ਉਹ ਤਾਦਾਦ ਵਿੱਚ ਵੀ ਜ਼ਿਆਦਾ ਸੀ ਅਤੇ ਨਾਲ ਉਹਨਾਂ ਕੋਲ ਅਸਲਾ ਵੀ ਬਿਲਕੁਲ ਮਾਡਰਨ ਸੀ, ਅਤੇ ਸਾਡੇ ਫੌਜੀਆਂ ਕੋਲ ਉਹ ਚੀਜ਼ ਨਹੀਂ ਸੀ। ਇਸ ਕਰਕੇ ਕਾਫੀ ਏਰੀਆ ਉਹਨਾਂ ਨੇ ਆਪਣੇ ਅੰਡਰ ਲੈ ਲਿਆ। ਇੱਥੋਂ ਤੱਕ ਕਿ ਜਿਹੜੇ ਇਹ ਪਰਿਵਾਰ ਜਾਂਦੇ ਨੇ ਗੁਫਾ ਅਮਰਨਾਥ ਜੀ ਦੀ ਯਾਤਰਾ ਦੇ ਉੱਤੇ, ਉਹ ਵੀ ਪਹਿਲਾਂ ਭਾਰਤ ਵਿੱਚ ਸੀ, ਪਰ ਅੱਜ ਕੱਲ੍ਹ ਉਹਦਾ ਕੁਝ ਹਿੱਸਾ ਜੋ ਹੈ ਰਸਤਾ ਉਹ ਚਾਈਨਾ ਵਿੱਚ ਹੈ। ਇਸ ਕਰਕੇ ਵੀਜ਼ਾ ਲੈ ਕੇ ਉੱਧਰੋਂ ਦੀ ਨਿਕਲਣਾ ਪੈਂਦਾ। ਮਤਲਬ ਇੱਥੇ ਤੱਕ ਉਹ ਆ ਚੁੱਕੇ ਨੇ। ਮਨਸਰ ਗਾঁव, ਜਿਹੜਾ ਮਨਸਰ ਪਿੰਡ ਹੈ, ਹੋਰ ਪਤਾ ਨਹੀਂ ਕਿੱਥੇ ਕਿੱਥੇ ਇਹ ਸਾਰੇ ਏਰੀਆਜ਼ ਨੇ ਜਿਹੜੇ ਉਹ ਚੀਨ ਦੇ ਅੰਡਰ ਜਾ ਚੁੱਕੇ ਨੇ। ਹੁਣ ਇਹ ਕਿੱਥੋਂ ਤੱਕ ਗੱਲ ਮੰਨਣਗੇ, ਕਿਉਂਕਿ ਆਫਟਰ ਆਲ ਇਹ ਪੋਲੀਟੀਕਲ ਡਿਸੀਜਨ ਹੋਣਾ ਹੈ। ਮਿਲਟਰੀ ਜੋ ਮਰਜ਼ੀ ਕਵੇ, ਆਰਮੀ ਜੋ ਮਰਜ਼ੀ ਕਵੇ, ਸ਼ੀ ਜਿਨਪਿੰਗ ਜੋ ਬੈਠੇ ਨੇ ਸਿਰ ਦੇ ਉੱਤੇ ਔਰ ਸਾਰੀ ਉਹਨਾਂ ਦੀ ਜੋ ਪੋਲੀਟੀਕਲ ਬਰਾਦਰੀ ਬੈਠੀ ਹੈ, ਜਦੋਂ ਤੱਕ ਉਹ ਯੈਸ ਨਹੀਂ ਕਹਿਣਗੇ ਉਦੋਂ ਤੱਕ ਇਹ ਰੇੜਕਾ ਨਹੀਂ ਨਿਕਲਣਾ। ਔਰ ਉਹਨਾਂ ਦਾ ਯੈਸ ਕਹਿਣਾ ਬਹੁਤ ਮੁਸ਼ਕਿਲ ਹੈ। ਉਹ ਇੱਦਾਂ ਕਿ ਸ਼ੇਰ ਦੇ ਮੂੰਹ 'ਚੋਂ ਨਾ ਮਾਸਕ ਖੋਹ ਕੇ ਲੈ ਕੇ ਆਉਣ ਵਾਲੀ ਗੱਲ। ਉਹ ਇਸ ਕਰਕੇ ਨਹੀਂ, ਜੇ ਨਹੀਂ ਮੰਨਣਗੇ ਨਾ ਫਿਰ ਇਹ ਝਗੜਾ ਜ਼ਿਆਦਾ ਉਲਝੂਗਾ। ਇਸ ਕਰਕੇ ਉਲਝੂਗਾ ਕਿਉਂਕਿ ਜਿਹੜੇ ਕਮਾਂਡਰ ਉਹਨਾਂ ਨੇ ਕਲੀਅਰਟੀ ਆ ਕੇ ਦੱਸ ਦੇਣਾ ਡਿਫੈਂਸ ਮਿਨਿਸਟਰ ਨੂੰ, ਰਾਜਨਾਥ ਨੂੰ, ਕਿ ਆ ਇੱਥੋਂ ਤੱਕ ਚੱਲੇਗਾ। ਹੋਮ ਮਿਨਿਸਟਰ ਤੱਕ ਗੱਲ ਚੱਲ ਜਾਣੀ ਆ। ਜੇ ਇਹਨਾਂ 'ਚ ਤਾਕਤ ਹੋਈ ਰਾਜਨੀਤੀ 'ਚ, ਫਿਰ ਤਾਂ ਜਿਹੜਾ ਆਪਣਾ ਜਿੰਨਾ ਵੀ ਇਲਾਕਾ ਉਹਨਾਂ ਦਾ ਵਾਪਸ ਆ ਸਕਦਾ। ਜੇ ਨਹਿਰੂ ਵਾਲੇ ਟਾਈਮ ਦੀ ਰਹੀ ਗੱਲ, ਜੇ ਉਦੋਂ ਤੱਕ ਨਹੀਂ ਲੈ ਸਕੇ ਪੂਰੇ ਦਾ ਪੂਰਾ, ਤਾਂ ਹੁਣ ਇਹਨਾਂ ਕੀ ਲੈਣਾ ਹੈਗਾ, ਕਿਉਂਕਿ ਮਈ ਤੱਕ ਸਰਕਾਰ ਬਦਲ ਜਾਣੀ ਹੈ। ਇਹ ਮਾਮਲਾ ਫਿਰ ਉੱਥੇ ਦਾ ਉੱਥੇ ਠੰਡੇ ਬਸਤੇ 'ਚ ਪਿਆ ਰਹਿਣਾ ਹੈਗਾ। ਜੇ ਤੇ ਗੁੱਸੇ ਨਾਲ ਕੜਕ ਕੇ ਗਰਜ ਕੇ ਜੇ ਆਪਣੇ ਉਹਨਾਂ ਦੇ ਗਲ 'ਚ ਹੱਥ ਪਾ ਕੇ ਜ਼ਮੀਨ ਲੈ ਲੈਣਗੇ, ਨਹੀਂ ਤਾਂ ਨਹੀਂ ਮਿਲੂਗੀ। ਕਿਉਂਕਿ ਉਹ ਵੀ ਇਸੇ ਤਰ੍ਹਾਂ ਦੇ ਚਾਈਨਾ ਨਾਲ ਅੱਗੇ ਵੀ ਝਗੜਾ ਸਾਡਾ ਬਹੁਤ ਲੰਬਾ ਰਿਹਾ, ਹੁਣ ਵੀ ਰਹੂਗਾ। ਔਰ ਇਹ ਜਦੋਂ ਤੱਕ ਨਹਿਰੂ ਦੀ ਆਈ ਆ, ਫਿਰ ਇੰਦਰਾ ਗਾਂਧੀ ਆਈ ਆ, ਫਿਰ ਜਿੰਨੇ ਵੀ ਮਿਨਿਸਟਰ ਜਾਂ ਡਿਫੈਂਸ ਮਿਨਿਸਟਰ ਆਏ ਆ, ਕਿਸੇ ਨੇ ਇਹ ਨਹੀਂ ਪੱਕੀ ਗੱਲ ਕੀਤੀ ਕਿ ਅਸੀਂ ਇਹ ਸਾਰਾ ਇਲਾਕਾ ਲੈ ਲਈਏ। ਅਜੇ ਮਾਮਲਾ ਉਸੇ ਤਰ੍ਹਾਂ ਲਟਕ ਰਿਹਾ। ਐਸ ਸਰਕਾਰ ਕੋ ਵੀ ਇਹ ਨਿਕਲ ਗਿਆ। ਮੋਦੀ ਸਾਹਿਬ ਨੇ ਵੀ ਕਿਹਾ, ਡਿਫੈਂਸ ਮਿਨਿਸਟਰ ਨੇ ਕਿਹਾ, ਬਹੁਤ ਵਾਰੀ ਕਿਹਾ ਅਸੀਂ ਗੱਲਾਂ ਕਰ ਲਈਆਂ ਉਹਨਾਂ ਨਾਲ, ਹੁਣ ਉਹ ਸਾਡੀ ਗੱਲ ਮੰਨ ਗਿਆ। ਸਿਰਫ ਐਲਾਨ ਹੋਏ ਆ, ਫੋਕੇ ਐਲਾਨ ਹੋਏ ਆ, ਫੇਕ ਗੱਲਾਂ ਹੋਈਆਂ, ਪ੍ਰੈਕਟੀਕਲ ਤੌਰ ਤੇ ਕੋਈ ਗੱਲ ਨਹੀਂ ਹੋਈ ਅਜੇ ਤੱਕ। ਕਿਉਂਕਿ ਜੇ ਕਿਸੇ ਫੌਜੀ ਨਾਲ ਗੱਲ ਕਰੀਏ ਉਹ ਦੱਸੂਗਾ ਤੁਹਾਨੂੰ ਐਕਚੁਅਲੀ ਅੰਦਰਲੀ ਵਜ੍ਹਾ ਕੀ ਹੈਗੀ। ਇਹ ਹਮੇਸ਼ਾ ਪੋਲੀਟੀਕਲ ਡਿਸੀਜਨਸ ਨੇ। ਔਰ ਜੋ ਚਾਈਨਾ ਦਾ ਐਟੀਟਿਊਡ ਸ਼ੁਰੂ ਤੋਂ ਰਿਹਾ ਹੈ, ਉਹ ਇੰਨੀ ਜਲਦੀ ਟਰਨ ਵਾਲੇ ਲੱਗਦੇ ਨੇ, ਕਿਉਂਕਿ
ਉਹ ਤਾਂ ਨਕਸ਼ੇ ਤੋਂ ਬਾਅਦ ਇਹ ਵੀ ਕਹਿਣਗੇ ਕਿ ਅਰੁਣਾਚਲ ਪ੍ਰਦੇਸ਼ ਵੀ ਸਾਡਾ ਹਿੱਸਾ ਹੈ ਹਾਂ ਔਰ ਉਹਨੂੰ ਉਹ ਨੇਪਾਲ ਦੇ ਨਾਲ ਜੋੜਨਾ ਚਾਹੁੰਦੇ ਨੇ, ਸੈਕਿੰਡ ਨੇਪਾਲ ਉਹ ਨਾਲ ਜੋੜਨਾ ਚਾਹੁੰਦੇ ਨੇ। ਉਹ ਕਹਿਣਗੇ ਸਾਡਾ ਹਿੱਸਾ ਤੁਸੀਂ ਸਾਨੂੰ ਦਿਓ, ਐਕਚੁਅਲੀ ਤੁਸੀਂ ਸਾਡੀ ਧਰਤੀ ਦੇ ਉੱਤੇ ਕਬਜ਼ਾ ਕੀਤਾ ਹੋਇਆ। ਉਹਨਾਂ ਵੱਲੋਂ ਤਾਂ ਇਹ ਵੀ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਚਾਈਨਾ ਦਾ ਐਟੀਟਿਊਡ ਕਦੀ ਵੀ ਸਹੀ ਨਹੀਂ ਰਿਹਾ ਔਰ ਉਹ ਹਮੇਸ਼ਾ ਡਿਸਪਿਊਟਡ ਹੈ। ਦੂਸਰਾ ਉਹਨਾਂ ਨੂੰ ਪਤਾ ਵੀ ਭਾਰਤ ਜਿਹੜਾ ਅਮਰੀਕਾ ਪੱਖੀ ਹੈਗਾ, ਅਮਰੀਕਾ ਨਾਲ ਇਹਦੀ ਗੰਢ ਧੁੱਪ ਹੈਗੀ ਹੈ, ਰਸ਼ੀਆ ਨਾਲ ਇੰਨਾ ਨਹੀਂ ਹੈਗਾ। ਸਾਡਾ ਗਰੁੱਪ ਹੋਰ ਹੈ, ਦੋ ਗਰੁੱਪਾਂ 'ਚ ਵੀ ਗੱਲ ਵੰਡੀ ਜਾਂਦੀ ਹੈ, ਲੌਬੀਜ਼ ਵੀ ਆਉਂਦੀ ਹੈ। ਜੇ ਜਦੋਂ ਕੋਈ ਗੱਲ ਨਿਬੜੀ ਜਾਂ ਕੁਝ ਹੋਇਆ ਤਾਂ ਅਮਰੀਕਾ ਵਿੱਚ ਪੱਕੇ ਤੌਰ ਤੇ ਆਊਗਾ। ਅਮਰੀਕਾ ਦੀ ਜਿਹੜੀ ਸਲਾਹ ਲਈ ਜਾਊਗੀ, ਬਾਈਡਨ ਸਾਹਿਬ ਹੋਣ ਜਾਂ ਟਰੰਪ ਹੋਵੇ ਜਾਂ ਜਿਹੜਾ ਵੀ ਆਉਣ ਵਾਲਾ ਵੁੱਡ ਵੀ ਉੱਥੋਂ ਦਾ ਪ੍ਰੈਜ਼ੀਡੈਂਟ ਹੋਊਗਾ, ਉਹ ਗੱਲ 'ਚ ਦਖਲਅੰਦਾਜ਼ੀ ਜ਼ਰੂਰ ਕਰੂਗਾ। ਇਸ ਕਰਕੇ ਕਰੂਗਾ, ਦੋ ਲੌਬੀਆਂ 'ਚ ਗੱਲ ਵੰਡੀ ਜਾਂਦੀ ਆ। ਜਿਸ ਤਰ੍ਹਾਂ ਪੱਛਮੀ ਕੰਟਰੀਜ਼ ਦੀਆਂ ਜਿਹੜੀਆਂ ਵੈਸਟਰਨਾਈਜ਼ ਜਿਹੜੇ ਹੈਗੇ ਗਰੁੱਪ, ਜਿਸ ਤਰ੍ਹਾਂ ਨਾਟੋ ਹੈਗਾ, ਜਿਸ ਤਰ੍ਹਾਂ ਯੂਰਪੀਅਨ ਕੰਟਰੀਆਂ ਦਾ ਗਰੁੱਪ ਹੈਗਾ, ਇਸੇ ਤਰ੍ਹਾਂ ਦਾ ਇਹ ਲੌਬੀ ਵੀ ਹੈਗੀ ਆ। ਰਸ਼ੀਆ, ਚਾਈਨਾ, ਅਮਰੀਕਾ ਔਰ ਇਹਦੇ ਨਾਲ ਲੱਗਦਾ ਹਿੰਦੁਸਤਾਨ ਵੀ ਉਹਦਾ ਦੋਸਤ ਹੈਗਾ। ਇਹ 4-5 ਕੰਟਰੀਆਂ ਦਾ ਆਪਸੀ ਬਹੁਤ ਵੱਡਾ ਗੱਠਜੋੜ ਹੁੰਦਾ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਆਹ ਜਿਹੜੀ ਗੱਲਬਾਤ ਹੈ ਬਹੁਤੀ ਨੇਪਰੇ ਨਹੀਂ ਚੜ੍ਹ ਜਾਂਦੀ। ਬਿਲਕੁਲ ਇੱਕ ਥੋੜਾ ਮਾਮਲਾ ਖਟਾਈ 'ਚ ਲੱਗਦਾ ਹੈ, ਪਰ ਫਿਰ ਵੀ ਦੇਖੋ ਜੀ ਕੀ ਨਤੀਜੇ ਨਿਕਲਦੇ ਨੇ। ਸਟੇਟਮੈਂਟਸ ਤੇ ਜਾਰੀ ਹੋਣਗੀਆਂ। ਆਹ ਜਾਪਾਨ ਤੋਂ ਵਿਸ਼ੇਸ਼ ਤੌਰ ਤੇ ਆਇਆ ਜਿਹੜਾ ਵਫਦ ਹੈ, ਉਹਨਾਂ ਦਾ ਇੱਕ ਗਰੁੱਪ ਆਇਆ ਹੈ ਡੈਲੀਗੇਸ਼ਨਸ ਦਾ। ਸੁਲਤਾਨਪੁਰ ਪਵਿੱਤਰ ਬੇਈ ਦਾ ਦੌਰਾ ਕੀਤਾ ਉਹਨਾਂ ਨੇ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਸਾਡਾ ਜੋ ਪੰਜਾਬ ਦਾ ਕਲਚਰ ਹੈ, ਜੋ ਗੁਰੂ ਸਾਹਿਬਾਨ ਦਾ ਕਲਚਰ ਹੈ, ਉਹਨਾਂ ਨੇ ਜੋ ਸੰਦੇਸ਼ ਦਿੱਤਾ ਹੈ, ਕਲਚਰ ਹੀ ਹੈ ਜੋ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿਖਾਇਆ ਹੈ ਕਿ ਸਾਨੂੰ ਇੱਦਾਂ ਦਾ ਸਮਾਜ ਸਿਰਜਣਾ ਚਾਹੀਦਾ ਹੈ। ਇਸ ਸਮਾਜ ਦਾ ਕਲਚਰ ਇੱਦਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਸੋ ਇਹ ਪਾਣੀ ਜੋ ਕਾਲੀ ਬੇਈ ਜਿਹਨੂੰ ਆਪਾਂ ਕਿਸੇ ਵਕਤ ਕਹਿੰਦੇ ਸੀ, ਇਸ ਵਕਤ ਪਵਿੱਤਰ ਬੇਈ ਹੈ। ਕਾਫੀ ਕੰਮ ਹੋਇਆ ਉਹਦੇ ਉੱਤੇ, ਉਹਦੇ ਦਰਸ਼ਨ ਕਰਨ ਗਏ ਨੇ, ਉੱਥੋਂ ਦਾ ਦੌਰਾ ਕੀਤਾ। ਹਾਂ, ਰੀਸੈਂਟਲੀ ਜਾਪਾਨ ਤੋਂ ਆਏ ਆ, ਉਹਨਾਂ ਦਾ ਗਰੁੱਪ ਇੱਕ ਵਫਦ ਆਇਆ, ਔਰ ਜਦੋਂ ਆਏ ਆ ਉਹਨਾਂ ਨੇ ਸਿੱਧਾ ਵੇਈ ਸਾਹਿਬ ਗਏ, ਉੱਥੇ ਪਿੱਤਰ ਵੇਈ ਦੇ ਦਰਸ਼ਨ ਕੀਤੇ। ਵੇਖਿਆ ਕਿ ਆਹ ਜਲ ਹੈਗਾ, ਇਹ ਵੇਈ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚੁੱਭੀ ਮਾਰਤੀ ਸੀ। ਔਰ ਉਹਦੇ ਵਿੱਚ ਬੇਬੇ ਨਾਨਕੀ, ਉਹਨਾਂ ਦੀ ਭੈਣ ਨਾਨਕੀ ਬੜਾ ਰੋਈ ਕੁਰਲਾਈ ਕਿ ਮੇਰੇ ਵੀਰ ਕਿੱਥੇ ਚਲੇ ਗਏ। ਔਰ ਤੀਜੇ ਦਿਨ ਇਹ ਸੰਤ ਘਾਟ ਤੋਂ ਬਾਹਰ ਆਏ ਆ, ਜਿਹਦੇ ਵਿੱਚ ਇਹਨਾਂ ਨੇ ਉਚਾਰਨ ਕੀਤਾ ਮੂਲ ਮੰਤਰ ਦਾ। ਮੂਲ ਮੰਤਰ ਦਾ ਜਿਹੜੀ ਸਿਰਜਣਾ ਹੋਈ ਹੈ, ਇਹ ਸੁਲਤਾਨਪੁਰ ਲੋਧੀ ਵੇਈ ਦੇ ਕੰਢੇ 'ਤੇ ਹੋਈ ਆ। ਔਰ ਗੁਰੂ ਸਾਹਿਬ ਜਦ 3 ਦਿਨਾਂ ਬਾਅਦ ਨਿਕਲੇ ਆ, ਚੌਥੇ ਦਿਨ, ਉਸ ਤੋਂ ਬਾਅਦ ਉਚਾਰਨ ਕੀਤਾ ਇਹਨਾਂ ਨੇ ਮੂਲ ਮੰਤਰ ਦਾ, ਗੋਡ ਇਜ਼ ਵਨ, ਹੈ ਨਾ। ਉਹਦੇ ਵਿੱਚ ਸਤਨਾਮ ਵਾਹਿਗੁਰੂ ਦਾ ਨਾਂ ਉਚਾਰਨ ਕਰਕੇ ਮੂਲ ਮੰਤਰ ਗੁਰਪ੍ਰਸਾਦ ਤੱਕ ਇਹਨਾਂ ਨੇ ਜਿਹੜੇ 13 ਸ਼ਬਦ ਆ ਉਹਦਾ ਉਚਾਰਨ ਕੀਤਾ। ਔਰ ਇਹਦੇ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਹੜਾ ਬੰਦਾ ਵੀ ਪੂਰਾ ਹੁੰਦਾ, ਜਦੋਂ ਬੰਦਾ ਖਤਮ ਹੁੰਦਾ, ਇਸ ਮਾਤ ਲੋਕ ਤੋਂ ਮਰ ਜਾਂਦਾ, ਉਹਦਾ ਵੀ ਚੌਥਾ ਕਰਦੇ 4 ਦਿਨ ਤੋਂ ਬਾਅਦ। ਵੀ ਉਹ ਇਹ ਨਹੀਂ ਆਂਦੇ ਵੀ ਮਰ ਗਿਆ ਹੈਗਾ, ਉਹ ਕਹਿੰਦੇ ਪੂਰਾ ਹੋ ਗਿਆ ਫਲਾਣਾ। ਪੂਰਾ ਮਤਲਬ ਕੰਪਲੀਟ ਬਣ ਕੇ ਮੈਨ ਤੇ ਨਿਕਲਿਆ ਹੈਗਾ। ਗੁਰੂ ਸਾਹਿਬ ਵੀ ਪੂਰੇ ਗੁਰੂ ਬਣ ਕੇ ਬਾਹਰ ਆਏ ਆ, ਔਰ ਉਹਨਾਂ ਨੇ ਜੋ ਪੈਗਾਮ ਦਿੱਤਾ, ਜੋ ਸੰਦੇਸ਼ ਦਿੱਤਾ, ਗੁਰਬਾਣੀ ਦੀ ਰਚਨਾ ਕੀਤੀ ਆ, ਉਹ ਸਾਰਾ ਸੁਲਤਾਨਪੁਰ ਲੋਧੀ ਤੋਂ ਹੀ ਹੋਈ ਹੈ। ਔਰ ਉਹਦੇ 'ਤੇ ਉੱਥੇ ਬਹਿ ਕੇ 13 ਵੀ ਤੋਲਿਆ ਇਹਨਾਂ ਨੇ। ਅਜੇ ਤੱਕ ਵੱਟੇ ਪਏ ਆ, ਜਿਸ 'ਚ ਮੋਦੀ, ਜਿਹੜੇ ਸੁਲਤਾਨ ਖਾਂ ਮੋਦੀ ਸੀ, ਉਹਦੀ ਨੌਕਰੀ ਕੀਤੀ ਹੈ। ਉੱਥੇ ਨੌਕਰੀ ਕਰਨ ਤੋਂ ਬਾਅਦ ਇਹਨਾਂ ਸਾਰਾ ਹੀ ਉਹਨਾਂ ਦਾ ਮੋਦੀ ਖਾਨਾ ਲੁਟਾਇਆ। ਪਰ ਜਦੋਂ ਉਹਨਾਂ ਨੇ ਹਿਸਾਬ ਕਿਤਾਬ ਕੀਤਾ, ਸਾਰੇ ਦਾ ਸਾਰਾ ਪੂਰੇ ਦਾ ਪੂਰਾ ਵੱਧ ਹੀ ਨਿਕਲ ਆਇਆ। ਇਸ ਤਰ੍ਹਾਂ ਜਦੋਂ ਮੱਝਾਂ ਚਾਰਨ ਜਾਂਦੇ ਸੀ, ਉੱਥੇ ਵੀ ਇਸ ਤਰ੍ਹਾਂ ਦਾ ਹੁੰਦਾ ਸੀ। ਮੱਝਾਂ ਖਾ ਲੈਂਦੀਆਂ, ਖੇਤ ਸਾਰਾ ਕੁਝ ਹੁੰਦਾ ਸੀਗਾ। ਜਦੋਂ ਕਿਸਾਨ ਆਉਂਦਾ ਸੀ, ਉਹ ਹਰਿਆ ਭਰਿਆ ਨਜ਼ਰ ਆਉਂਦਾ ਸੀਗਾ। ਜਦੋਂ ਸੱਪ ਨੇ ਇਹਨਾਂ ਦੇ ਚਿਹਰੇ 'ਤੇ ਛਾਂ ਕੀਤੀ ਸੀ, ਸੁੱਤੇ ਸੀਗੇ ਅਤੇ ਮੱਝਾਂ ਚੱਲ ਰਹੀਆਂ ਸੀਗਾ। ਔਰ ਇਹ ਸਾਰੇ ਕੌਤਕ ਜੋ ਸਾਰੇ ਮਿਰਾਕਲ ਹੋਏ ਆ, ਇਹ ਸਾਰਾ ਕੁਝ ਉਹਨਾਂ ਨੇ ਆ ਕੇ ਦੇਖਿਆ, ਜਾਪਾਨ ਦੇ ਵਫਦ ਨੇ। ਔਰ ਉਹਨਾਂ ਨੇ ਕਿਹਾ ਸੀ ਜਿੱਥੇ ਵੀ ਦੁਨੀਆ ਦੀ ਜਗ੍ਹਾ 'ਤੇ ਘੁੰਮ ਆਇਆ, ਸਭ ਤੋਂ ਜ਼ਿਆਦਾ ਸਕੂਨ ਸਾਨੂੰ ਇਟਰਨਲ ਜਿਹੜੀ ਪੀਸਫੁਲ ਜਿਹੜੀ ਫੀਲਿੰਗ ਆ, ਉਹ ਇੱਥੇ ਮਿਲੀ ਸਾਨੂੰ ਆ ਕੇ। ਔਰ ਉਹ ਬੋਲੇ ਵੀ ਆ। ਔਰ ਇਹਨਾਂ ਨੂੰ ਲੈ ਕੇ ਆਏ ਆ ਜੋਗੀ ਅਮਨਦੀਪ ਜੀ, ਔਰ ਉਹ ਇੱਥੇ ਆਏ। ਉਹਨਾਂ ਨੇ ਬਲਬੀਰ ਸਿੰਘ ਸੀਚੇਵਾਲ ਜੀ ਬਾਰੇ ਦੱਸਿਆ ਕਿ ਵੇਈ ਨੂੰ ਸਾਫ਼ ਸੁਥਰਾ ਕਰਨ ਲਈ ਉਹਨਾਂ ਨੇ ਜੋ ਤਰੱਦਦ ਕੀਤਾ, ਜੋ ਸੇਵਾ ਲਾਈ ਆ, ਜੋ ਕੁਝ ਕੀਤਾ, ਸਾਰਾ ਲੋਕਾਂ ਵੱਲੋਂ ਹੋਇਆ। ਜਿਹੜੇ ਸੇਵਾਦਾਰ ਉਹਨਾਂ ਨੇ ਕੰਮ ਕੀਤਾ। ਔਰ ਵੇਈ ਦੇ ਵਿੱਚ ਜਿਹੜਾ ਉੱਥੇ ਬੂਰ ਪਿਆ ਸੀ ਜਾਂ ਉਹਦੇ ਉੱਤੇ ਪਾਣੀ ਦੀ ਖੜੋਤ ਆਈ ਸੀ, ਸਟੈਗਨੇਸ਼ਨ ਆਈ ਸੀ, ਸਾਰੀ ਸਾਫ਼ ਕਰਕੇ ਜਲ ਨੂੰ ਬਿਲਕੁਲ ਸਾਫ਼ ਸੁਥਰਾ ਕਰ ਦਿੱਤਾ। ਔਰ ਵਾਤਾਵਰਨ ਨੂੰ ਸਾਫ਼ ਸੁਥਰਾ ਕਰਨ ਦਾ ਜੋ ਯੋਗਦਾਨ, ਜੋ ਕੰਟਰੀਬਿਊਸ਼ਨ ਬਲਵੀਰ ਸਿੰਘ ਜਥੇਦਾਰ ਸੀਚੇਵਾਲ ਜੀ ਦੀ ਹੈਗੀ, ਉਹ ਕਿਸੇ ਦੀ ਵੀ ਹੈ ਨਹੀਂ। ਸੀਚੇਵਾਲ ਸਾਹਿਬ ਰਾਜ ਸਭਾ ਦੇ ਮੈਂਬਰ ਨੇ, ਹੋ ਸਕਦਾ ਕਿਸੇ ਬਿਜੀ ਹੋਣ ਕਰਕੇ, ਕਿਸੇ ਰਜੇਵੇਂ ਕਰਕੇ ਨਹੀਂ ਆਏ। ਬਾਕੀ ਉਹਨਾਂ ਦੇ ਅਹਿਲਕਾਰ ਜਾਂ ਜਿਹੜੇ ਵੀ ਉਹਨਾਂ ਦੇ ਮੁੱਖ ਸੇਵਾਦਾਰ, ਉਹ ਅੱਗੇ ਆਏ ਸੀ ਜਾਪਾਨ ਦੇ ਲੋਕਾਂ ਨਾਲ। ਔਰ ਜਾਪਾਨ ਦੇ ਜਿਹੜੇ ਵਫਦ ਆ, ਉਹਨਾਂ ਦੀ ਬੋਲੀ ਬੋਲਣ ਲਈ ਜਾਂ ਕਰਨ ਲਈ ਟਰਾਂਸਲੇਟਰ ਵੀ ਨਾਲ ਸੀ। ਔਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਪੂਰੀ ਕਹਾਣੀ ਸੁਣੀ, ਅਦਾਸੀਆਂ ਤੱਕ ਵੀ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਅਦਾਸੀਆਂ ਸੁਲਤਾਨਪੁਰ ਲੋਧੀ ਤੋਂ ਹੀ ਸ਼ੁਰੂ ਹੋਈਆਂ। ਔਰ ਸਭ ਤੋਂ ਜ਼ਿਆਦਾ ਟਾਈਮ ਉਹਨਾਂ ਜਿਹੜਾ ਇੱਥੇ ਬਿਤਾਇਆ, ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਬਿਤਾਇਆ।
ਇੱਥੋਂ ਉਦਾਸੀਆਂ ਹੋਈਆਂ, ਇੱਥੋਂ ਹੀ ਵਿਆਹ ਹੋਇਆ ਇਹਨਾਂ ਦਾ, ਇੱਥੋਂ ਬਟਾਲਾ ਗਏ ਆ, ਜਿੱਥੇ ਅਜੇ ਵੀ ਕੰਧ ਉਸੇ ਤਰ੍ਹਾਂ ਹੀ ਆ। ਉਹ ਕੰਧ ਨੂੰ ਜਦੋਂ ਉੱਥੇ ਕੁੜੀਆਂ ਜਦੋਂ ਆਉਂਦੀਆਂ ਇਹਨਾਂ 'ਤੇ ਸੁੱਟਣ ਲਈ ਆਈਆਂ, ਇਹਨਾਂ ਨੇ ਹੱਥ ਲਾਇਆ ਵੀ ਇਹ ਕੰਧ 4 ਯੁੱਗ ਰਹੇਗੀ, ਇਹ ਨਹੀਂ ਟੁੱਟਣ ਵਾਲੀ ਕੰਧ। ਅਜੇ ਵੀ ਲੋਕ ਦਰਸ਼ਨ ਕਰਦੇ ਆ, ਉਸੇ ਤਰ੍ਹਾਂ ਨੂੰ ਕਵਰ ਕੀਤਾ ਪਿਆ ਹੈਗਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਜੇ ਸਥਿਰ ਨੇ, ਔਰ ਅਸੀਂ ਵੇਖ ਸਕਦੇ ਹਾਂ ਗੁਰੂ ਨਾਨਕ ਸਾਹਿਬ ਦੇ ਯੁੱਗ ਦੀਆਂ ਜੋ ਵੀ ਕੁਛ ਹੈਗਾ। ਬਾਕੀ ਤਾਂ ਪਾਕਿਸਤਾਨ ਵਿੱਚ ਹੈਗਾ, ਜੋ ਬਾਕੀ ਉਹ ਜਿਹੜੇ ਜਾਪਾਨ ਦੇ ਆਏ ਸੀ ਵਕਤ, ਉਹਨਾਂ ਨੇ ਕਿਹਾ ਸੀ ਕਿ ਹੋ ਸਕਦਾ ਸੀ ਪਾਕਿਸਤਾਨ ਵੀ ਇਹਨਾਂ ਦੇ ਜਿਹੜੀਆਂ ਵੀ ਯਾਦਗਾਰਾਂ ਨੇ ਉਹਨਾਂ ਨੂੰ ਵੇਖਣ ਦਾ ਯਤਨ ਕਰਾਂਗੇ, ਪਰ ਇਸ ਵੇਲੇ ਉਹਨਾਂ ਦਾ ਵੀਜ਼ਾ ਹੋ ਸਕਦਾ ਇੱਥੋਂ ਤੱਕ ਹੀ ਹੋਵੇ। ਔਰ ਬਹੁਤ ਵੱਡੀ ਮਾਣ ਵਾਲੀ ਗੱਲ ਆ, ਬੜੀ ਸਤਿਕਾਰ ਵਾਲੀ ਗੱਲ ਆ ਕਿ ਜਾਪਾਨ ਤੋਂ ਆ ਕੇ ਉਹ ਲੋਕ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਪਦੇਸ਼ਾਂ ਨੂੰ, ਜੋ ਉਹਨਾਂ ਦੀ ਬਾਣੀ ਆ, ਜੋ ਉਹਨਾਂ ਨੇ ਪੰਜਾਬ ਦੇ ਲਈ ਕੀਤਾ ਹੈਗਾ, ਜੋ ਲੋਕਾਂ ਨੂੰ ਸਮਝਾਇਆ ਹੈਗਾ, ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਲੋਕਾਂ ਦੀ ਭਲਾਈ ਦੀ ਗੱਲ ਕੀਤੀ ਹੈ, ਉਹ ਸਾਰਾ ਲੋਕਾਂ ਨੇ ਸਮਝਿਆ। ਇਹ ਹੁੰਦੀ ਹੈ ਗੱਲ ਕਿ ਬਾਹਰਲੇ ਦੇਸ਼ ਦੇ ਲੋਕ ਆ ਕੇ ਸਮਝਣ। ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੀ ਪਬਲਿਕ ਨੂੰ ਤਾਂ ਸਾਰਾ ਪਤਾ ਹੈ, ਉਹਨਾਂ ਨੂੰ ਤਾਂ ਹੈ ਹੀ, ਉਹ ਦਰਸ਼ਨ ਕਰਦੇ ਵੀ, ਆਉਂਦੇ ਜਾਂਦੇ ਵੀ ਰਹਿੰਦੇ ਆ। ਪਰ ਜਦੋਂ ਬਾਹਰਲੀ ਸੰਗਤ ਆਉਂਦੀ ਹੈ, ਸੰਗਤ ਦੇ ਰੂਪ ਵਿੱਚ, ਸੰਗਤ ਹੀ ਕਹਾਂਗਾ ਉਹਨਾਂ ਨੂੰ, ਚਾਹੇ ਵੀਜ਼ਾ ਲੈ ਕੇ ਆ, ਜਿੱਦਾਂ ਮਰਜ਼ੀ ਆਏ ਆ। ਔਰ ਉਹ ਦੇਖੋ, ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੇ ਵਰਲਡ ਦਾ ਹੀ ਜਾ ਕੇ ਭ੍ਰਮਣ ਕੀਤਾ, ਘੁੰਮੇ ਆ ਸਾਰੇ ਏਰੀਆ 'ਚ। ਉੱਥੇ ਗੁਰੂ ਨਾਨਕ ਦੇਵ ਜੀ ਦਾ ਨਾਂ ਉਹਨਾਂ ਆਪਣੇ ਤਰ੍ਹਾਂ ਪੁਕਾਰਦੇ ਆ। ਨੇਪਾਲ 'ਚ ਆਪਣੀ ਤਰ੍ਹਾਂ ਦਾ ਹੈਗਾ, ਚਾਈਨਾ 'ਚ ਆਪਣੀ ਤਰ੍ਹਾਂ ਦਾ, ਜਾਪਾਨ 'ਚ ਆਪਣੀ ਤਰ੍ਹਾਂ ਦਾ, ਉਹ ਵੀ ਗੁਰੂ ਮੰਨਦੇ ਆ। ਜਿਸ ਤਰ੍ਹਾਂ ਪਾਕਿਸਤਾਨ 'ਚ ਗੁਰੂਆਂ ਦੇ ਗੁਰੂ ਤੇ ਪੀਰਾਂ ਦੇ ਪੀਰ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ ਸਾਰੇ। ਅਗਲਾ ਮੁੱਦਾ ਬੜਾ ਇੰਟਰਸਟਿੰਗ ਹੈ। ਉਹਦੇ 'ਚ ਬਲਕਾਰ ਜੀ ਦੱਸਦਾ ਹੈ ਕਿ ਅਸੀਂ ਆਮ ਤੌਰ ਤੇ ਗੱਲਾਂ ਕਰਦੇ ਹਾਂ, ਸਾਡੇ ਪੈਸੇ ਲੈ ਕੇ ਭੱਜ ਗਏ, ਹੁਣ ਜਾ ਕੇ ਬ੍ਰਿਟੇਨ 'ਚ ਬਹਿ ਗਏ ਨੇ, ਹੈ ਨਾ। ਕਦੀ ਵਿਜੇ ਮਾਲਿਆ ਦੀ ਗੱਲ ਕਰਦੇ ਆ, ਕਦੇ ਨੀਰਵ ਮੋਦੀ ਦੀ ਗੱਲ ਕਰਦੇ ਆ, ਕਦੇ ਕਿਸੇ ਹੋਰ ਦੀ ਗੱਲ ਕਰਦੇ ਆ, ਸਾਡਾ ਪੈਸਾ ਲੈ ਕੇ ਚਲੇ ਗਏ। ਹੁਣ ਇੱਕ ਆਫੀਸ਼ੀਅਲ ਸਟੇਟਮੈਂਟ ਹੈਗੀ ਆ ਬ੍ਰਿਟਾਨੀਆ ਦੀ ਗੌਰਮੈਂਟ ਵੱਲੋਂ ਹੀ ਆ ਕਿ ਜਿਹੜੇ ਵੀ ਭਾਰਤ ਤੋਂ ਜਸਟਿਸ ਤੋਂ ਭੱਜ ਕੇ, ਉੱਥੋਂ ਭਗੌੜੇ ਹੋ ਕੇ ਇੱਥੇ ਆ ਕੇ ਉਹਨਾਂ ਨੇ ਸ਼ਰਨ ਲੀਤੀ ਹੋਈ ਆ, ਹੁਣ ਉਹਨਾਂ ਨੂੰ ਇੱਥੇ ਲੁਕਣ ਨਹੀਂ ਦਿੱਤਾ ਜਾਵੇਗਾ। ਕੁਝ ਇਹ ਸਖਤਾਈ ਵਰਤੀ ਜਾ ਰਹੀ, ਕਿਉਂਕਿ ਕਾਫੀ ਦੇਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਨੂੰ ਭਾਰਤ ਲਿਆਂਦਾ ਜਾਵੇ ਔਰ ਭਾਰਤ ਦੇ ਕਾਨੂੰਨ ਦੇ ਮੁਤਾਬਿਕ ਉਹਨਾਂ ਦੇ ਉੱਤੇ ਕੇਸ ਚੱਲੇ ਔਰ ਜੋ ਵੀ ਫੈਸਲੇ ਹੋਣਗੇ ਉਸ ਤੋਂ ਬਾਅਦ। ਪਰ ਉੱਥੋਂ ਦੀ ਕੁਝ ਕੰਡੀਸ਼ਨਸ ਨੇ, ਕੁਝ ਲਾਜ਼ ਨੇ ਜੋ ਉਹਨਾਂ ਨੂੰ ਸਹੂਲੀਅਤ ਦੇ ਦਿੰਦੀਆਂ ਨੇ, ਉਹਨਾਂ ਨੂੰ ਬਚਾ ਲੈਂਦੀਆਂ ਨੇ, ਔਰ ਅਸੀਂ ਲਿਆਉਣ ਵਿੱਚ ਕਾਮਯਾਬ ਨਹੀਂ ਹੁੰਦੇ। ਔਰ ਇਹ ਜਿਹੜੀ ਸਟੇਟਮੈਂਟ ਹੈ, ਇਹ ਆਪਣੇ ਆਪ ਵਿੱਚ ਕਾਫੀ ਦਿਲਚਸਪ ਹੋ ਜਾਂਦੀ ਹੈ। ਔਰ ਜਿਹੜੇ ਦੌੜੇ ਹੋਏ ਨੇ, ਇਹਨਾਂ ਦੀ ਨੀਂਦ ਹਰਾਮ ਹੋਈ ਹੋਏਗੀ ਪੱਕਾ। ਹਾਂ, ਇਹ ਅੱਜ ਦਾ ਨਿਗਾ, ਬਹੁਤ ਪਹਿਲੋਂ ਬੜਾ ਚਰੋਖਣਾ ਪੁਰਾਣਾ ਜਿਹੜਾ ਮੁੱਦਾ ਚੱਲਦਾ ਰਿਹਾ। ਜਿੰਨੇ ਵੀ ਲੋਕ ਇੱਥੇ ਕੋਈ ਨਾ ਕੋਈ ਅਪਰਾਧ ਕਰਦੇ ਸੀ, ਜਾਂ ਲੁੱਟ ਖੋਹ ਕਰਦੇ ਸੀ, ਜਾਂ ਬੈਂਕਾਂ ਦਾ ਨਾਲ ਧੋਖਾਧੜੀ ਕਰਦੇ ਸੀ, ਉਹ ਭੱਜ ਕੇ ਇੰਗਲੈਂਡ ਜਾ ਵੜਦੇ ਸੀ। ਉਹਦੇ ਵਿੱਚ 2 ਉਦਾਹਰਨਾਂ ਤਾਂ ਹੈ ਹੀ ਆ, ਨੀਰਵ ਮੋਦੀ ਜੀ ਔਰ ਵਿਜੇ ਮਾਲਿਆ ਜੀ। ਔਰ ਇਹਨਾਂ ਨੇ ਬੈਂਕ ਦੇ ਵਿੱਚ ਬੜਾ ਪੈਸਾ, ਪੰਜਾਬ ਨੈਸ਼ਨਲ ਬੈਂਕ ਜਿਹੜੀ ਹੈਗੀ ਆ, ਸਥਾਨਕ ਪੰਜਾਬ ਦੀ ਔਰ ਹਿੰਦੁਸਤਾਨ ਦੀ ਬੈਂਕ ਆ, ਉਹਦੇ 'ਚ ਬਹੁਤ ਚੰਗੀ ਇਹਨਾਂ ਨੇ ਮਾਰ ਧਾੜ ਕੀਤੀ, ਚੰਗਾ ਪੈਸਾ ਖਾ ਕੇ ਭੱਜ ਗਏ ਆ। ਔਰ ਉੱਥੇ ਜਾ ਕੇ ਰਾਜਨੀਤੀ ਸ਼ਰਨ ਲੈ ਲੈਂਦੇ ਆ, ਔਰ ਉੱਥੇ ਜਾ ਕੇ ਆਪਣਾ ਰਹਿਣਾ ਸਹਿਣਾ ਕਰ ਲੈਂਦੇ ਆ, ਔਰ ਉੱਥੇ ਆਪਣਾ ਘਰ ਵੀ ਬਣਾ ਲੈਂਦੇ ਆ, ਔਰ ਉੱਥੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਹੈਗੀ ਹੈ ਟ੍ਰੀਟਮੈਂਟ ਵੀ ਮਿਲਦੀ ਹੈ, ਬੜਾ ਕੁਝ ਹੁੰਦਾ। ਔਰ ਹੁਣ ਜਿਹੜੀ ਆ ਹਿੰਦੁਸਤਾਨ ਸਰਕਾਰ, ਇੰਡੀਆ ਨੇ ਜਦੋਂ ਉਹਨਾਂ 'ਤੇ ਕੇਸ ਕੀਤਾ ਵਾ, ਕੇਸ ਕਰਨ ਤੋਂ ਬਾਅਦ ਪੁਲਿਸ ਵੀ ਗਈ ਉੱਥੇ, ਉਹਦੇ ਬਾਅਦ ਅਜੇ ਤੱਕ ਉਹਨਾਂ ਨਹੀਂ ਉੱਥੋਂ ਆਗਿਆ ਦਿੱਤੀ ਕਿ ਇਹਨਾਂ ਨੂੰ ਲੈ ਜੇ। ਪਰ ਉਹਨਾਂ ਨੇ ਕਹਿ ਤਾ ਕਿ ਹੁਣ ਇਹ ਲੁਕਣ ਮੀਚੀ ਨਹੀਂ ਹੋਊਗੀ ਅੱਗੇ ਤੋਂ ਆਉਣ ਵਾਲੇ ਸਮੇਂ ਵਿੱਚ। ਉਹਨਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਆ, ਉਹਨਾਂ ਨੇ ਕਹਿਤਾ ਕਿ ਇਹ ਬਿਲਕੁਲ ਅਸੀਂ ਬੰਦ ਕਰ ਦਿੱਤਾ ਹੈਗਾ, ਇਹ ਕੋਈ ਲੁਕਣਗਾਹ ਨਹੀਂ ਹੈਗੀ ਕਿ ਜਿਹਦੇ ਵਿੱਚ ਆ ਕੇ ਇਹ ਛੋਪਲੇ ਜੇ ਆ ਕੇ ਆਪਣੇ ਪਰਦੇ ਉੱਤੇ ਸਿਰ 'ਤੇ ਮੂੰਹ 'ਤੇ ਬੰਨ੍ਹ ਕੇ ਲੁਕ ਜਾਣਗੇ। ਇਹ ਕਦੀ ਨਹੀਂ ਹੋਊਗਾ। ਹੁਣ ਅਸੀਂ ਇਹਨਾਂ ਦੀ ਜਾਣ ਪਛਾਣ ਦੇ ਚਿੰਨ੍ਹ, ਸਾਰੇ ਸੰਕੇਤ ਜਾਂ ਜਿਹੜੀ ਇਹਨਾਂ ਦੇ ਲੁੱਕਆਊਟ ਹੈਗੇ ਆ, ਐਸ ਮੈਸੇਜ ਅਸੀਂ ਇੰਡੀਆ ਨੂੰ ਭੇਜ ਦਾਂਗੇ। ਉਹਦੇ ਵਿੱਚ ਇਹਨਾਂ ਦੇ ਲਈ ਉਹ ਆ ਕੇ ਲਿਜਾ ਸਕਦੇ ਆ ਅਤੇ ਕੇਸ ਕਰ ਸਕਦੇ ਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਨਾਂ ਦੀ ਵਾਕਿਆ ਨੀਂਦ ਹਰਾਮ ਹੋ ਗਈ ਹੁਣ। ਔਰ ਉਹਦੇ ਵਿੱਚ ਬਾਕੀ ਜਿਹੜੇ ਹੋਰ ਵੀ ਬੈਠੇ ਨੇ, ਪਾਕਿਸਤਾਨ ਦੇ ਵੀ ਨਵਾਜ਼ ਸ਼ਰੀਫ ਜੀ ਵੀ ਇੱਥੋਂ ਦੌੜ ਕੇ ਚਲੇ ਗਏ ਸੀ ਉੱਥੇ ਉਹਦੇ ਵਿੱਚ ਮਰੀਮ ਉਹਨਾਂ ਦੀ ਬੇਟੀ, ਔਰ ਹੋਰ ਵੀ ਜਿਹੜੇ ਰਾਜਨੀਤੀ ਤੋਂ ਜਿਹੜੇ ਇੱਥੋਂ ਉਕਤਾ ਜਾਂਦੇ ਆ, ਜਿਨ੍ਹਾਂ ਦੇ ਮਗਰ ਪੈ ਜਾਂਦੀ ਫੌਜ ਜਾਂ ਪੁਲਿਸ ਪੈ ਜਾਂਦੀ ਆ, ਉਹ ਦੌੜ ਕੇ ਇੰਗਲੈਂਡ ਜਾ ਵੜਦੇ ਆ। ਔਰ ਉੱਥੇ ਇੱਕ ਹਿੰਦੁਸਤਾਨ ਤੋਂ ਨਹੀਂ, ਬਾਹਰਲੇ ਦੇਸ਼ਾਂ 'ਚੋਂ ਵੀ ਲੋਕ ਦੌੜ ਕੇ ਆ ਜਾਂਦੇ ਆ। ਪਰ ਐਤਕੀ ਉਹਨਾਂ ਨੇ ਕਹਿਤਾ ਕਿ ਨਾਟ ਓਨਲੀ ਇੰਡੀਆ, ਅਸੀਂ ਸਾਰਿਆਂ ਲਈ ਇੱਕੋ ਕਾਨੂੰਨ ਬਣਾ ਦਿੱਤਾ ਕਿ ਉਹ ਜਾ ਕੇ ਇੱਥੇ ਆਪਣਾ ਆਪਣਾ ਟਿਕਾਣਾ ਕਰ ਲੈਣ, ਉਹ ਆਪਣੇ ਆਪ ਨੂੰ ਸਰੈਂਡਰ ਕਰ ਦੇਣ, ਉਹਨਾਂ ਦੇ ਜਾ ਕੇ ਕੇਸ ਲੜਨ ਆਪਣਾ। ਉਹਨਾਂ ਨੂੰ ਕੀ ਸਜ਼ਾ ਮਿਲਦੀ ਹੈ ਇਹਦਾ ਸਾਨੂੰ ਕੋਈ ਪਤਾ ਨਹੀਂ ਹੈਗਾ, ਪਰ ਅਸੀਂ ਇਸ ਕੇਸ ਨੂੰ ਅੱਗੇ ਨਹੀਂ ਬਦਲਣ ਦੇਵਾਂਗੇ। ਡਿਫੈਂਸ ਮਿਨਿਸਟਰ ਬਹੁਤ ਨਾਰਾਜ਼ ਹੋ ਕੇ ਬੋਲਿਆ। ਔਰ ਉਹਨਾਂ ਨੇ ਇਹ ਨਹੀਂ, ਉਹਨਾਂ ਨੇ ਕਹਿਤਾ ਸੀ ਸੁਰੱਖਿਆ ਦੇ ਨਾਲ ਰਿਲੇਟਡ ਜਿਹੜੇ ਜੈ ਸ਼ੰਕਰ ਮਿਨਿਸਟਰ ਨੇ, ਜੈ ਸ਼ੰਕਰ ਜੀ, ਉਹਨਾਂ ਨਾਲ ਗੱਲ ਕੀਤੀ ਹੈ
ਅਜੀਤ ਡੋਵਾਲ ਨਾਲ ਵੀ ਗੱਲ ਕੀਤੀ ਆ, ਉਹਨਾਂ ਨਾਲ ਪਹਿਲੋਂ ਗੱਲਬਾਤ ਮਿਲਣੀ ਹੋਣ ਤੋਂ ਬਾਅਦ ਇਹ ਅਸਲ 'ਚ ਹਿੰਦੁਸਤਾਨ ਦੀ ਜਿਹੜੀ ਇਸ ਵੇਲੇ ਫੜ ਪਕੜ ਹੋਈ ਹੈ ਬੰਦਿਆਂ ਦੀ, ਇਹ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ, ਡਿਫੈਂਸ ਮਿਨਿਸਟਰ ਨੇ, ਜਾਂ ਜਿਹੜੇ ਸਲਾਹਕਾਰ ਨੇ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਉਹ ਸਾਰਿਆਂ ਨੇ ਮਿਲ ਕੇ ਕਿਹਾ ਕਿ ਇਹ ਬੰਦੇ ਸਾਡੇ ਹਵਾਲੇ ਕਰੋ, ਇਹ ਬੜਾ ਕੁਛ ਇੱਥੋਂ ਪੈਸਾ ਲੈ ਕੇ ਤੇ ਆਰਾਮ ਨਾਲ ਬੈਠੇ ਆ, ਔਰ ਪੈਸਾ ਇਹਨਾਂ 'ਤੇ ਜਿਹੜਾ ਹੈ ਇਲਜ਼ਾਮ ਲੱਗੇ ਆ ਅਸੀਂ ਬਿਲਕੁਲ ਪ੍ਰੂਵ ਕਰ ਦਿੱਤੇ ਆ, ਹੁਣ ਕੇਸ ਕਰਾਂਗੇ, ਅੰਦਰ ਕਰਾਂਗੇ, ਜੇ ਪੈਸਾ ਇਹਨਾਂ ਕੋਲ ਮਿਲ ਗਿਆ ਤਾਂ ਵੈਲ ਐਂਡ ਗੁੱਡ, ਨਹੀਂ ਤੇ ਅੰਦਰ ਸਜ਼ਾ ਤਾਂ ਭੁਗਤਣਗੇ। ਹੁਣ ਬ੍ਰਿਟੇਨ ਗੌਰਮੈਂਟ ਨੇ ਗੱਲ ਮੰਨ ਲਈ ਆ, ਉਹਨਾਂ ਦੇ ਜਿਹੜੀ ਵੀ ਗੱਲਬਾਤ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਹੁਣ ਓਕੇ ਆ, ਇਹਨਾਂ ਨੂੰ ਅਸੀਂ ਕੈਪਚਰ ਕਰਕੇ ਤੁਸੀਂ ਲੈ ਜਾਓ ਜਾਂ ਅਸੀਂ ਛੱਡ ਕੇ ਜਾਵਾਂਗੇ, ਜੋ ਵੀ ਇਹਨਾਂ ਦੇ ਅੱਗੇ ਗੱਲਬਾਤ ਹੋ ਗਈ ਆ। ਹੁਣ ਅੱਗੇ ਦੇਖੋ ਕਿ ਕੀ ਗੱਲਬਾਤ ਨਿਕਲਦੀ ਆ, ਕਿਉਂਕਿ ਇੰਗਲੈਂਡ ਜਿਹੜਾ ਉਹ ਬਾਹਰਲੇ ਦੇਸ਼ਾਂ ਵਾਂਗੂ ਹੋਰ ਤਰ੍ਹਾਂ ਦਾ ਝੂਠ ਨਹੀਂ ਹੈ। ਹੁਣ ਮੇਰਾ ਖਿਆਲ ਹੈ ਕਿ ਇਹ ਹਵਾਲਾ ਇਹਨਾਂ ਦਾ ਆ ਜਾਏਗਾ ਸਾਡੇ ਕੋਲ, ਇਹਨਾਂ ਨੇ ਪੈਸਾ ਬਹੁਤ ਖਾਧਾ। ਹੁਣ ਜੇ 2 ਬੰਦਿਆਂ ਦਾ ਸਾਨੂੰ ਪਤਾ, ਹੋਰ ਵੀ ਲੋਕ ਬਹੁਤ ਹੈਗੇ ਆ। ਹੁਣ ਦੇਖੋ ਕੌਣ ਕੌਣ ਆਉਂਦੇ ਆ, ਕਿਹੜੀ ਲਿਸਟ ਲੰਬੀ ਹੈਗੀ ਹੈ, ਇਹਦੇ 'ਚ ਪਤਾ ਲੱਗੂ। ਠੀਕ ਹੈ, ਲਿਸਟ ਬਹੁਤ ਲੰਬੀ ਹੈ, ਔਰ ਕੁਝ ਲੋਕ ਇਹ ਵੀ ਕਹਿੰਦੇ ਨੇ, ਚਾਹੇ ਉਹ ਵਿਰੋਧੀ ਧਿਰ ਦੇ ਨੇ, ਚਾਹੇ ਉਹ ਕੁਝ ਐਕਸਪਰਟਸ ਨੇ, ਉਹ ਕਹਿੰਦੇ ਨੇ ਕਿ ਇਹਨਾਂ ਨੂੰ ਪੋਲੀਟੀਕਲ ਸਲਾਹ ਵੀ ਮਿਲੀ। ਸਹੀ ਗੱਲ ਤਾਂ ਇਹ ਇੱਥੋਂ ਭੱਜਣ 'ਚ ਕਾਮਯਾਬ ਹੋਏ ਨੇ, ਕਿਉਂਕਿ ਅੰਦਰੂਨੀ ਖਬਰ ਇਹਨਾਂ ਤੱਕ ਪਹੁੰਚ ਗਈ ਕਿ ਇਹਨਾਂ ਉੱਤੇ ਐਕਸ਼ਨ ਹੋਣ ਵਾਲਾ ਹੈ, ਤੇ ਇਹ ਐਕਸ਼ਨ ਤੋਂ ਪਹਿਲਾਂ ਹੀ ਆਪਣਾ ਐਕਸ਼ਨ ਕਰਕੇ ਭੱਜ ਗਏ ਭਾਰਤ ਛੱਡ ਕੇ। ਹਾਂ ਸਹੀ ਗੱਲ, ਇਹਦੇ ਪਿੱਛੇ ਪੋਲੀਟੀਕਲ ਪੁਸ਼ ਤਾਂ ਹੈਗੀ ਹੈ, ਪੋਲੀਟੀਕਲ ਹੈ, ਕਿਉਂਕਿ ਇਹਨਾਂ ਨੂੰ ਕਿੱਦਾਂ ਅੰਦਰ ਦੀ ਖਬਰ ਮਿਲ ਗਈ ਔਰ ਇਹ ਰਾਤੋਂ ਰਾਤ ਕਿੱਦਾਂ ਗਾਇਬ ਹੋ ਜਾਂਦੇ ਨੇ, ਇਹ ਸਭ ਮਿਲੀ ਭੁਗਤ ਹੈ। ਬਿਲਕੁਲ। ਔਰ ਇਹ ਜੋ ਐਕਸਪਰਟਸ ਨੇ ਉਹ ਇਹੀ ਰਾਏ ਰੱਖਦੇ ਨੇ ਕਿ ਇਹ ਸਭ ਮਿਲੀ ਭੁਗਤ ਹੈ, ਪਰ ਇਹ ਕੀ ਨਿਕਲਦਾ ਵਿੱਚੋਂ ਦੇਖੋ ਕਿ ਉਹ ਵਾਪਸ ਵੀ ਆਉਣਗੇ ਕਿ ਨਹੀਂ ਆਉਣਗੇ, ਕੀ ਹੋਏਗਾ ਕੀ ਨਹੀਂ ਹੋਏਗਾ। ਚਲੋ ਗਵਰਨਮੈਂਟ ਨੇ ਤਾਂ ਕਹਿਤਾ, ਗਵਰਨਮੈਂਟ ਨੇ ਕਹਿਤਾ, ਪਰ ਹੁਣ ਐਜ ਸ਼ਰਨਾਰਥੀ ਬੈਠੇਗਾ, ਜਦੋਂ ਮਰਜ਼ੀ ਕੱਢ ਸਕਦੇ ਜੇ ਉਹਨਾਂ ਦੀ ਨੀਤ ਚੰਗੀ ਹੋਵੇ ਤਾਂ। ਕਿਸੇ ਦੇਸ਼ ਦੇ ਵਿੱਚ ਸ਼ਰਨ ਲੈ ਕੇ ਬਹਿਣਾ ਕੋਈ ਬਹੁਤੇ ਉਹ ਪੱਕੇ ਤੌਰ ਦੀ ਗੱਲ ਨਹੀਂ ਹੁੰਦੀ, ਕਿਸੇ ਵੇਲੇ ਵੀ ਉਹਨਾਂ ਨੂੰ ਉੱਥੋਂ ਧੱਕਾ ਦੇ ਕੇ ਭੇਜ ਸਕਦੇ ਆ ਜੇ ਉਹ ਚੰਗੀ ਨੀਤ ਨਾਲ ਐਲਾਨ ਕਰਨ ਤੇ। ਹਾਂ ਸਹੀ ਗੱਲ ਹੈ, ਦੇਖੋ ਹੁਣ ਕੀ ਬਣਦਾ ਹੈ। ਤੇ ਅੱਗੋਂ ਪੰਜਾਬ ਦੀ ਆਪਾਂ ਗੱਲ ਕਰਾਂਗੇ, ਚਲੋ ਹੜ੍ਹਾਂ ਦੀ ਗੱਲ ਤੇ ਉਸ ਤੋਂ ਬਾਅਦ ਚ ਕਰਦੇ ਹਾਂ ਕਿ ਮੁੜ ਤੋਂ ਹੜ੍ਹ ਆਉਣ ਦਾ ਖਤਰਾ ਬਣਿਆ ਹੋਇਆ ਹੈ, ਇਹ ਤੇ ਗੱਲ ਆਪਾਂ ਬਾਅਦ ਚ ਕਰਦੇ ਹਾਂ। ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਜਿਹੜਾ ਦਿੱਲੀ ਦੇ ਵਿੱਚ ਸੇਵਾਵਾਂ ਦਾ ਆਰਡੀਨੈਂਸ ਪਾਸ ਹੋਇਆ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰ ਕੇਜਰੀਵਾਲ ਇਹਦੇ ਬਾਰੇ ਕਾਫੀ ਗੱਲਬਾਤ ਵੀ ਕਰ ਰਹੇ ਨੇ ਕਿ ਦੇਖੋ ਇਹ ਐਕਸਪੈਰੀਮੈਂਟ ਜੇ ਇੱਥੇ ਦਿੱਲੀ 'ਚ ਕਾਮਯਾਬ ਹੋ ਜਾਂਦਾ ਇਹਨਾਂ ਦਾ, ਤੇ ਬਾਕੀ ਥਾਂ ਦੇ ਉੱਤੇ ਵੀ ਐਕਸਪੈਰੀਮੈਂਟ ਕਰਨਾ ਚਾਹਣਗੇ। ਔਰ ਵਿਰੋਧੀ ਧਿਰਾਂ ਵੀ ਇਕੱਠੀਆਂ ਹੋਈਆਂ ਨੇ ਕਿ ਇਸ ਆਰਡੀਨੈਂਸ ਦੇ ਖਿਲਾਫ ਉਹਨਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। ਨਾਲ ਇੱਕ ਹੋਰ ਗੱਲ ਵੀ ਇਹਦੇ 'ਚ ਐਡ ਆਨ ਕੀਤੀ ਜਾ ਰਹੀ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰ ਇੱਥੇ ਵੀ ਸੀਐਮ ਮਾਨ ਤੇ ਗਵਰਨਰ ਦੇ ਵਿੱਚ ਆਪਸ ਦੇ ਵਿੱਚ ਨਵੀਆਂ ਸੁਰਖੀਆਂ ਰੋਜ਼ ਬਣਦੀਆਂ ਰਹਿੰਦੀਆਂ ਨੇ ਕਿ ਜੋ ਦਿੱਲੀ ਦੇ ਵਿੱਚ ਹੋ ਰਿਹਾ ਸ਼ਾਇਦ ਉਹ ਪੰਜਾਬ ਦੇ ਵਿੱਚ ਵੀ ਹੋਵੇ। ਇੱਥੇ ਵੀ ਸਾਰੀਆਂ ਪਾਵਰਸ ਗਵਰਨਮੈਂਟ ਦੀਆਂ ਖੋਹ ਲਿੱਤੀਆਂ ਜਾਣ ਔਰ ਗਵਰਨਰ ਸਾਹਿਬ ਨੂੰ ਜਾਂ ਕੋਈ ਹੋਰ ਕਮੇਟੀ ਬਣਾ ਕੇ ਉਹਨੂੰ ਦੇ ਦਿੱਤੀਆਂ ਜਾਣ, ਜੋ ਸਿੱਧੀ ਡਾਇਰੈਕਟਲੀ ਸੈਂਟਰ ਦੇ ਅੰਡਰ ਹੋਏਗੀ, ਸੈਂਟਰ ਦੇ ਹੱਥ 'ਚ ਸਾਰੀ ਪਾਵਰ ਚਲੀ ਜਾਏ। ਇਹ ਹੋ ਸਕਦਾ ਹੈ, ਇੱਦਾਂ ਕਿਹਾ ਜਾ ਰਿਹਾ ਹੈ। ਪਹਿਲੋਂ ਤਾਂ ਇਹ ਮਾਮਲਾ ਬੜਾ ਪੇਚੀਦਾ ਬਣ ਗਿਆ ਸੀ ਕਿ ਜਦੋਂ ਆਰਡੀਨੈਂਸ ਦਾ ਇਹਨਾਂ ਨੇ ਐਲਾਨ ਕਰਤਾ ਕਿ ਆਰਡੀਨੈਂਸ ਅਸੀਂ ਪਾਸ ਕਰ ਰਹੇ ਹਾਂ ਬਿੱਲ, ਔਰ ਉਹ ਲੋਕ ਸਭਾ ਵਿੱਚ ਪੇਸ਼ ਹੋ ਗਿਆ। ਲੋਕ ਸਭਾ ਵਿੱਚ ਐਨਡੀਏ ਦਾ ਬਹੁਮਤ ਆ, ਉਹਨਾਂ ਨੇ ਤੇ ਕਰਤਾ ਪਾਸ, ਔਰ ਆਰਾਮ ਨਾਲ ਉੱਥੋਂ ਪਾਸ ਕਰਕੇ ਫਿਰ ਜਦੋਂ ਪੇਸ਼ ਕੀਤਾ ਰਾਜ ਸਭਾ ਵਿੱਚ ਬਹੁਤ ਗਿਣਤੀ 'ਚ ਵਿਰੋਧੀ ਪਾਰਟੀਆਂ ਦੇ ਮੈਂਬਰ, ਕਿਉਂਕਿ 1 ਬਾਈ 1 ਹੈਗੇ ਆ, ਔਰ ਉਹ ਅਪੁਆਇੰਟਮੈਂਟ ਮਿਲੀ ਹੁੰਦੀ ਉਹਨਾਂ ਨੂੰ ਸਟੇਟ ਵਾਈਜ਼, ਔਰ ਉਹ ਜਦੋਂ ਉੱਥੇ ਆ ਗਿਆ ਬਿੱਲ, ਉੱਥੇ 'ਚ ਬੜੀ ਉੱਥੇ ਬਹਿਸ ਹੋਈ, ਰੌਲਾ ਪਿਆ, ਔਰ ਉਹਦੇ 'ਤੇ ਕਈਆਂ ਦੇ ਵਿਚਾਰ ਗਏ, ਕਈਆਂ ਦੇ ਫੇਵਰ 'ਚ, ਕਈਆਂ ਦੇ ਉਲਟ 'ਚ ਗਏ, ਔਰ ਉਹ ਉੱਥੋਂ ਬਿੱਲ ਬੜੀ ਮੁਸ਼ਕਲ ਨਾਲ ਇਹਨਾਂ ਨੇ ਕਰਵਾ ਲਿਆ ਪਾਸ ਕਰਵਾਉਣ ਤੋਂ ਬਾਅਦ ਫਿਰ ਇਹ ਰਾਸ਼ਟਰਪਤੀ ਨੂੰ ਭੇਜਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਸਾਈਨ ਕਰਤੇ ਆ, ਹੁਣ ਉਹ ਮੁਕੰਮਲ ਬਿੱਲ ਬਣ ਗਿਆ। ਸਾਰੇ ਜਿਹੜੇ ਲੋਕ ਕਹਿੰਦੇ ਸੀ ਕਿ ਕੇਜਰੀਵਾਲ ਨੂੰ ਪਤਾ ਨਹੀਂ ਕਿਉਂ ਹਫੜਾ ਦਫੜੀ ਪਈ ਹੈ, ਕਿਉਂ ਇਹ ਅੱਗੇ ਆ ਰਿਹਾ, ਕਿਉਂ ਇਹ ਬਿੱਲ ਕਰੀ ਜਾਂਦਾ ਹਰ ਵਾਰੀ, ਔਰ ਉਹਨੂੰ ਪਤਾ ਸੀ, ਉਹ ਆਈਐਸ ਅਫੀਸਰ ਆ, ਉਹਨੂੰ ਪਤਾ ਸੀ ਕਿ ਇਹ ਮੇਰੇ 'ਤੇ ਜਿਹੜੀ ਆ ਆਫਤ ਮੰਡਲਾ ਰਹੀ ਆ, ਇਹ ਬਾਹਰਲੇ ਸੂਬਿਆਂ ਦੂਜਿਆਂ 'ਤੇ ਵੀ ਜਾਊਗੀ। ਔਰ ਉਦੋਂ ਤੋਂ ਬਾਅਦ ਉੱਥੇ ਗਵਰਨਰ ਨਾਲ ਵੀ ਇਹਨਾਂ ਦਾ ਪੂਰਾ ਟਕਰਾ ਰਿਹਾ ਜੋ ਕੁਝ ਕਰਦੇ ਨੇ, ਔਰ ਇਹਦੇ ਵਿੱਚ ਇਹ ਕਹਿੰਦਾ ਕਿ ਜਿਹੜੇ ਉੱਚ ਅਧਿਕਾਰੀ ਨੇ IAS IPS ਆਫੀਸਰ ਨੇ, ਉਹਨਾਂ ਦੀ ਅਪੁਆਇੰਟਮੈਂਟ, ਉਹਨਾਂ ਦੀ ਟ੍ਰਾਂਸਫਰ ਕੇਂਦਰ ਕਰੂਗਾ, ਔਰ ਉਹ ਉਹਨਾਂ ਦੇ ਹੱਥ 'ਚ ਚਲੇ ਗਏ ਸਾਰੇ। ਬਾਕੀ ਜਿਹੜੀ ਉੱਥੋਂ ਦਾ ਵਿਕਾਸ ਆ, ਡਿਵੈਲਪਮੈਂਟ ਆ, ਜੋ ਸੜਕਾਂ ਨਹਿਰਾਂ, ਜੋ ਪਾਣੀ ਦੀ ਅਰੇਂਜਮੈਂਟ ਕਰਨਾ, ਉਹ ਸਾਰਾ ਕੇਂਦਰ ਦੇ ਹੱਥ ਚਲੇ ਗਿਆ। ਪਰ ਇਹਨੂੰ ਪਹਿਲੋਂ ਜੋ ਸਹੂਲਤਾਂ ਦਿੱਤੀਆਂ ਨੇ ਦਿੱਲੀ ਵਿੱਚ, ਉਹ ਲੋਕ ਉੱਥੋਂ ਦੇ ਨਾਗਰਿਕ ਜਾਣਦੇ ਆ। ਇਹਨਾਂ ਨੇ ਲੜਕੀਆਂ ਲਈ ਪੜ੍ਹਨ ਦੀ ਸਹੂਲਤ, ਉੱਥੋਂ ਉਹਨਾਂ ਨੂੰ ਪੈਸਾ ਇੰਡੀਵਿਜੂਅਲ, ਉੱਥੋਂ ਦਾ ਉਹਨਾਂ ਦਾ ਸਟਾਈਫਨ, ਫਿਰ ਬਿਜਲੀ ਮੁਫਤ, ਫਿਰ ਪਾਣੀ ਦਾ ਜਿਹੜਾ ਉੱਥੇ ਲੋਕਾਂ ਨੂੰ ਫ੍ਰੀ ਦਿੱਤਾ, ਫਿਰ ਸੜਕਾਂ ਜਿਹੜੀਆਂ ਸਾਫ਼ ਸੁਥਰੀਆਂ ਕੀਤੀਆਂ, ਔਰ ਕਈ ਸਹੂਲਤਾਂ ਇੱਕ ਨਹੀਂ ਗਈਆਂ, ਐਜੂਕੇਸ਼ਨ ਨਾਲ ਵੀ ਦਿੱਤੀਆਂ। ਪਰ ਦੂਜੇ ਪਾਸੇ ਜਿਹੜਾ ਸਸੋਦੀਆ ਜੀ ਨੇ, ਉਹਨਾਂ ਨੂੰ ਫਸਾ ਲਿਆ ਇਹਨਾਂ ਨੇ
ਆਬਕਾਰੀ ਦੇ ਵਿੱਚ ਅੱਜ ਕੱਲ੍ਹ ਉਹ ਅੰਦਰ ਨੇ। ਉਦੋਂ ਪਹਿਲਾਂ ਜੈਨ ਸੱਜੀ ਮਿਸਟਰ ਉਹ ਮਿਨਿਸਟਰ ਸੀ, ਉਹ ਵੀ ਉਹਨਾਂ 'ਤੇ ਵੀ ਕੇਸ ਚੱਲ ਰਿਹਾ। ਈਡੀ ਨੇ ਕਈ ਤਰ੍ਹਾਂ ਦੇ ਰੇਡ ਕੀਤੇ ਔਰ ਸੀਬੀਆਈ ਕੋ ਕੇਸ ਚਲੇ ਗਏ ਔਰ ਦਿੱਲੀ ਵਿੱਚ ਇੰਨੀ ਹਫੜਾ ਦਫੜੀ ਮਚ ਗਈ, ਕੁਛ ਪਤਾ ਨਹੀਂ ਲੱਗਦਾ। ਅੱਗੇ ਸਮੂਥ ਚੱਲ ਰਿਹਾ ਸੀਗਾ। ਕੇਜਰੀਵਾਲ ਸਾਹਿਬ ਨੇ ਚੰਗੇ ਤਰੀਕੇ ਨਾਲ ਲੋਕਾਂ ਨੂੰ ਸੰਭਾਲਿਆ ਸੀਗਾ, ਕੋਈ ਨਹੀਂ ਸੀ। ਜਦੋਂ ਇੰਟਰਫੀਅਰ ਕੇਂਦਰ ਦਾ ਹੋ ਗਿਆ, ਉਹਦੇ ਵਿੱਚ ਦਫਾੜ ਹੋ ਗਿਆ ਕੰਮ। ਕੁਝ ਲੋਕ ਕੇਂਦਰ ਵੱਲ ਚਲੇ ਗਏ, ਕੁਝ ਪਬਲਿਕ ਕੇਜਰੀਵਾਲ ਚਲੇ ਗਏ। ਦੋ ਧੜਿਆਂ ਦੇ ਗਰੁੱਪ ਬਣ ਗਏ, ਦੋ ਧੜਿਆਂ ਵਿੱਚ ਦੁਨੀਆ ਵੰਡੀ ਗਈ, ਉੱਥੇ ਪਬਲਿਕ ਵੰਡੀ ਗਈ। ਔਰ ਉਸ ਤੋਂ ਬਾਅਦ ਇਹੀ ਖਤਰਾ ਹੁਣ ਪੰਜਾਬ 'ਤੇ ਮੰਡਲਾ ਰਿਹਾ। ਇਹਦਾ ਪਤਾ ਲੱਗ ਗਿਆ ਕਿ ਭਗਵੰਤ ਮਾਨ ਦੇ ਲਈ ਹੁਣ ਇਹ ਖਤਰੇ ਦੀ ਘੰਟੀ ਹੈ। ਹੁਣ ਦੁਬਾਰਾ ਇੱਥੇ ਵੀ ਆਉਣ ਦਾ ਉਹਨਾਂ ਦਾ ਹੈਗਾ, ਕਿਉਂਕਿ ਆਰਡੀਨੈਂਸ ਆ ਗਿਆ। ਆਰਡੀਨੈਂਸ ਲਾਗੂ ਇੱਥੇ ਕਦੋਂ ਵੀ ਹੋ ਸਕਦਾ। ਔਰ ਬਾਹਰ ਦੂਜੇ ਵਿੱਚ ਪੱਛਮੀ ਬੰਗਾਲ ਵਿੱਚ ਵੀ ਰੌਲਾ ਪੈ ਰਿਹਾ, ਉਹਦੇ ਵਿੱਚ ਹੋ ਜੂਗਾ। J&K 'ਚ ਸ਼ਾਸਤ ਪ੍ਰਦੇਸ਼ ਉਹ 'ਚ ਤਾਂ ਹੈ ਹੀ ਹੈਗਾ, ਉਸ 'ਚ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ। ਉਹ ਸਾਰਾ ਏਰੀਆ ਇਹਨਾਂ ਕੋਲ ਹੀ ਹੈ ਪਹਿਲੋਂ ਹੀ। ਔਰ ਇਹਨਾਂ ਨੇ ਇਸ ਵੇਲੇ ਇਹਨਾਂ ਨੇ ਆਪਣੇ ਐਸੇ ਜਗੜਬੰਦ ਬਣਾ ਲਏ ਵਧੀਆ, ਜਿਹਦੇ ਵਿੱਚ ਇਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ, ਕਿਉਂਕਿ ਇਹਨਾਂ ਨੇ ਕਾਨੂੰਨੀ ਜਿਹੜੀ ਆ ਵਜ੍ਹਾ ਉਹਦੇ ਨਾਲ ਹੀ ਅੱਗੇ ਆਉਣਾ। ਇਸੇ ਕਰਕੇ ਹੀ ਪੰਜਾਬ ਵਿੱਚ ਤਾਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ, ਪੰਜਾਬ ਵਿੱਚ ਇਹਨਾਂ ਦੀ ਗਵਰਨਰ ਦੀ ਅਤੇ ਮੁੱਖ ਮੰਤਰੀ ਦੀ ਆਪਸੀ ਬਣਦੀ ਨਹੀਂ। ਉਹਨੇ ਕਈ ਤਰ੍ਹਾਂ ਦੀਆਂ ਫਾਈਲਾਂ ਵਾਪਸ ਕੀਤੀਆਂ, ਕੋਈ ਵੀ ਫਾਈਲ 'ਤੇ ਸਾਈਨ ਹੋਏ ਨਾਟ ਅਪਰੂਵਲ ਲਿਖ ਦਿੱਤਾ, ਅਤੇ ਜਿੱਥੇ ਅਪਰੂਵਲ ਦੇਣੀ ਬਣਦੀ ਸੀ ਉਹ ਨਹੀਂ ਹੋਈ। ਵਾਈਸ ਚਾਂਸਲਰ ਦੀ ਜਿਹੜੀਆਂ ਉਪਾਧੀਆਂ ਸੀ ਉਹਦੇ 'ਚ ਅਪਾਇੰਟਮੈਂਟ ਨਹੀਂ ਦਿੱਤੀ। ਔਰ ਭਗਵੰਤ ਮਾਨ ਜੀ ਖੁਦ ਚਾਂਸਲਰ ਬਣ ਕੇ ਆਪ ਹੀ ਬਹਿ ਗਏ ਆ, ਜਿਹੜੀ ਨਿਯੁਕਤੀ ਆਪ ਹੀ ਲੈ ਲਈ ਆ। ਉਹਨਾਂ ਨੇ ਕਹਿਤਾ ਕੱਲ੍ਹ ਪਰਸੋਂ ਗਵਰਨਰ ਨੇ ਇੱਥੋਂ ਦੇ ਨੇ ਕਿ ਸੰਵਿਧਾਨ ਨੂੰ ਵੀ ਖਤਰਾ ਹੈਗਾ, ਲੋਕਤੰਤਰ ਨੂੰ ਵੀ ਖਤਰਾ ਹੈਗਾ, ਅਤੇ ਪੰਜਾਬ ਨੂੰ ਵੀ ਖਤਰਾ ਹੈਗਾ। ਮੈਂ ਇਹਨਾਂ ਦੀ ਸ਼ਿਕਾਇਤ ਰਾਸ਼ਟਰਪਤੀ ਸਾਹਿਬ ਕੋਲ ਔਰ ਪ੍ਰਧਾਨ ਮੰਤਰੀ ਕੋ ਕਰੂੰਗਾ। ਜਦੋਂ ਸ਼ਿਕਾਇਤ ਲੱਗ ਗਈ, ਮੰਨ ਲਓ ਇੱਥੇ ਕੁਝ ਨਾ ਕੁਝ ਹੋ ਗਿਆ ਜਾਂ ਗੜਬੜ ਹੋ ਗਈ, ਗਵਰਨਰੀ ਰਾਜ ਰਾਸ਼ਟਰਪਤੀ ਰਾਜ ਆਇਦ ਹੋ ਜਾਏਗਾ। ਔਰ ਜਿੱਦਾਂ ਆਪਾਂ ਅੱਗੇ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਇਹ ਖਤਰਾ ਬਿਲਕੁਲ ਆ ਜਾਣਾ। ਔਰ ਇਹਦੇ ਵਿੱਚ ਇਸ ਵੇਲੇ ਓਪੋਜੀਸ਼ਨ ਜਿਹੜੀ ਚੁੱਪ ਆ, ਇਸ ਕਰਕੇ ਚੁੱਪ ਗਈ। ਉਹਨਾਂ ਨੂੰ ਪਤਾ ਕਿ ਭਗਵੰਤ ਮਾਨ ਨੂੰ ਜੇ ਧੱਕਾ ਵੱਜਦਾ ਤਾਂ ਵੱਜਣ ਦਿਓ, ਸਾਡੇ ਨਾਲ ਤਾਂ ਕੋਈ ਮਤਲਬ ਨਹੀਂ। ਪਾਵਰ ਉਹਦੇ ਕੋਲ ਹੈਗੀ, ਅਸੀਂ ਪਾਵਰ ਨੂੰ ਕੋਈ ਨਹੀਂ ਚਾਹੁੰਦੇ। ਪਾਵਰ ਉਹਨਾਂ ਨੂੰ ਮਿਲੂਗੀ ਵੋਟਾਂ ਨਾਲ ਹੀ। ਪਾਵਰ ਜਿਹੜੀ ਵੋਟਾਂ ਨਾਲ ਹੈਗੀ ਆ ਇਸ ਵੇਲੇ ਭਗਵੰਤ ਮਾਨ ਕੋਲ ਹੈਗਾ, ਔਰ ਉਹਦੇ 'ਤੇ ਕਈ ਤਰ੍ਹਾਂ ਦੇ ਖਤਰੇ ਮੰਡਲਾ ਰਹੇ ਆ। ਹੁਣ ਵੇਖੋ ਪੰਜਾਬ ਇਸ ਵੇਲੇ ਇਸ ਨਿਸ਼ਾਨੇ ਦਾ ਖਤਰਾ ਬਣ ਗਿਆ। ਬਿਲਕੁਲ ਬਣ ਗਿਆ ਹੈ। ਔਰ ਕਈ ਵਾਰ ਨਾ ਇਹ ਗੱਲ ਸਮਝ ਨਹੀਂ ਆਉਂਦੀ, ਕਿਉਂਕਿ ਆਪਾਂ ਆਲਰੇਡੀ ਵੀ ਆਪਣੇ ਪਲੇਟਫਾਰਮ 'ਤੇ ਗੱਲ ਕਰਦੇ ਹਾਂ ਕਿ ਇੱਕ ਚੰਗੀ ਭਲੀ ਚੁਣੀ ਹੋਈ ਸਰਕਾਰ ਹੈ, ਉਹਨੂੰ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਬਜਟ ਸੈਸ਼ਨ ਵੇਲੇ ਵੀ ਰੋਕ ਲੱਗੀ ਹੈ। ਸੋ ਇਹ ਸਭ ਗੱਲਾਂ ਕਿੱਧਰ ਸੰਕੇਤ ਕਰਦੀਆਂ ਨੇ? ਇਹ ਸਭ ਰਾਜਨੀਤੀਕਰਨ, ਹਰ ਗੱਲ ਦਾ ਰਾਜਨੀਤੀਕਰਨ। ਮਤਲਬ ਸੂਬੇ ਦੀ ਖੁਸ਼ਹਾਲੀ, ਸੂਬੇ ਦੇ ਲੋਕਾਂ ਦੀ ਖੁਸ਼ਹਾਲੀ, ਉਹ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ, ਨਾ ਕਿ ਆਪਣੀ ਰਾਜਨੀਤੀ ਚਮਕਾਉਣਾ ਕਿ ਜੇ ਸਾਡੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਹੈ ਤਾਂ ਕਿੱਦਾਂ ਇਨਡਾਇਰੈਕਟਲੀ ਅਸੀਂ ਆਪਣੀ ਸਰਕਾਰ ਚਲਾਈਏ। ਮਤਲਬ ਇਹ ਸਭ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਹਰ ਇੱਕ ਬੰਦੇ ਨੂੰ ਐਕਸਪੋਜ਼ ਹੋ ਤੁਸੀਂ, ਹਰ ਇੱਕ ਬੰਦੇ ਦੇ ਅੱਗੇ ਚੀਜ਼ ਖੁੱਲ ਚੁੱਕੀ ਹੈ। ਕਿਉਂਕਿ ਆਮ ਜਨਤਾ, ਆਮ ਨਾਗਰਿਕ ਇਹ ਗੱਲਾਂ ਸਮਝਦੇ ਨੇ। ਅਸੀਂ ਜੋ ਇਹ ਗੱਲਾਂ ਆਪਣੇ ਪਲੇਟਫਾਰਮ ਤੋਂ ਬੋਲਦੇ ਹਾਂ, ਇਹ ਆਪਸ ਦੇ ਵਿੱਚ ਜੋ ਲੋਕ ਗੱਲਾਂ ਕਰਦੇ ਨੇ ਉਹਨਾਂ ਦੇ ਵਿੱਚ ਵਿਚਰ ਕੇ ਅਸੀਂ ਉਹਨਾਂ ਦੇ ਵਿਚਾਰ ਜਾਣਦੇ ਹਾਂ, ਉਹੀ ਅਸੀਂ ਪੇਸ਼ ਕਰਦੇ ਹਾਂ ਕਿ ਜੋ ਪਬਲਿਕ ਦੇ ਵਿੱਚ ਇਸ ਵਕਤ ਤੁਹਾਡੇ ਬਾਰੇ ਵਿਚਾਰ ਬਣੇ ਹੋਏ ਨੇ ਕਿ ਜਾਣਬੁੱਝ ਕੇ ਤੁਸੀਂ ਪੰਜਾਬ ਨੂੰ ਪਰਫਾਰਮ ਨਹੀਂ ਕਰਨ ਦਿੰਦੇ ਪਏ। ਮਤਲਬ ਇਹ ਗੱਲ ਗਲਤ ਹੈ। ਇੱਕ ਤਾਂ ਮਾਲੀ ਹਾਲਤ ਪੰਜਾਬ ਦੀ ਬਹੁਤ ਅਜੀਬ ਬਣੀ ਹੋਈ ਹੈ ਇਸ ਵਕਤ, ਉਸ ਨੂੰ ਵੀ ਧਿਆਨ 'ਚ ਦੇਖਣਾ ਚਾਹੀਦਾ ਹੈ। ਹੜ੍ਹਾਂ ਦੀ ਮਾਰ ਪਹਿਲਾਂ ਹੀ ਝੱਲੀ ਹੈ ਉਹਨੇ, ਉਸ ਤੋਂ ਇਲਾਵਾ ਕਰਜ਼ੇ ਦੀ ਪੰਡ ਸਿਰ ਦੇ ਉੱਤੇ ਹੈ, ਕਿੰਨਾ ਕੁਝ ਹੋ ਗਿਆ। ਔਰ ਪ੍ਰੋਹਿਤ ਸਾਹਿਬ ਜੋ ਸਾਡੇ ਗਵਰਨਰ ਸਾਹਿਬ ਨੇ, ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਹੈ ਕਿ ਪੰਜਾਬ ਜਿਹੜਾ ਹੈ ਉਹ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ, ਉਹ ਸੰਵਿਧਾਨਿਕ ਸੰਕਟ ਵੱਲ ਵੱਧ ਰਿਹਾ ਹੈ। ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਪੰਜਾਬ ਸੂਬਾ ਕਿੱਥੇ ਜਾਵੇ ਤੇ ਕਿੱਥੇ ਖੜੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸੂਬੇ ਦੀ ਖੁਸ਼ਹਾਲੀ ਦੇ ਫੇਵਰ ਦੇ ਵਿੱਚ ਨਹੀਂ ਜਾਂਦੀਆਂ। ਸੋ ਥੀਸ ਸ਼ੁੱਡ ਬੀ ਸਟਾਪਡ। ਇਹ ਠੀਕ ਨਹੀਂ ਲੱਗਦਾ। ਵੈਸੇ ਜਿਹੜੇ ਪੁਰਾਣੇ ਲੋਕ ਨੇ ਉਹ ਕਹਿੰਦੇ ਵੀ ਸਿਆਸਤ ਜਿਹੜੀ ਇਹ 'ਚ ਮਤਲਬ ਹੁੰਦਾ ਆਪਣਾ। ਸਿਆਸੀ ਮਤਲਬ ਜਿਹੜਾ ਹੈਗਾ, ਇਹਦੇ 'ਚ ਕੋਈ ਕਿਸੇ ਦਾ ਬੇਲੀ ਨਹੀਂ। ਇਹ ਸਿਰਫ ਆਪਣਾ ਜਿਹੜਾ ਵਿਅਕਤੀਗਤ ਮਸਲਾ ਉਹਨੂੰ ਅੱਗੇ ਲੈ ਕੇ ਆਉਂਦੇ ਆ। ਇਲੈਕਸ਼ਨ ਸਿਰ 'ਤੇ ਹੈਗੀ ਆ। ਇਹਨਾਂ ਕਈ ਤਰ੍ਹਾਂ ਦੇ ਛੜਯੰਤਰ ਰਚਣੇ ਆ, ਉਹਨਾਂ ਛੜਯੰਤਰਾਂ ਨਾਲ ਹੀ ਇਹਨਾਂ ਨੇ ਅੱਗੇ ਆਉਣਾ। ਉਹਦੇ ਵਿੱਚ ਇਹਨਾਂ ਨੂੰ ਹੁਣ ਕਾਨੂੰਨ ਯਾਦ ਆ ਗਿਆ, ਉਹਦੇ 'ਚ ਕੇਂਦਰੀ ਬਜਟ ਦਾ ਉਹ ਯਾਦ ਆ ਗਿਆ, ਜਿਹਦੇ ਵਿੱਚ ਇਹਨਾਂ ਨੇ ਇਸ ਵੇਲੇ ਸੰਵਿਧਾਨ ਦੇ ਵਿੱਚ ਕਈ ਤਰਮੀਮਾਂ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਔਰ ਪਹਿਲਾਂ 76 ਸਾਲ ਹੋ ਗਏ ਨੇ ਦੇਸ਼ ਨੂੰ ਆਜ਼ਾਦ ਹੋਇਆ। ਹੁਣ ਕੱਲ੍ਹ ਨੂੰ 15 ਅਗਸਤ ਹੈ, ਜਿਸ ਤਰ੍ਹਾਂ ਅਸੀਂ ਅੱਜ ਗੱਲ ਕਰ ਰਹੇ ਹਾਂ। ਔਰ ਇਹਦਾ ਜਿਹੜਾ ਆਜ਼ਾਦੀ ਦਿਹਾੜਾ ਬੜੇ ਲੋਕ ਖੁਸ਼ੀਆਂ ਖੁਸ਼ਹਾਲੀਆਂ ਨਾਲ ਮਨਾ ਰਹੇ ਆ। ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਵੱਡੀ ਵਧਾਈ ਵੀ ਆ ਔਰ ਬਹੁਤ ਵੱਡਾ ਜਸ਼ਨ ਆ, ਬਹੁਤ ਵੱਡਾ ਦਿਨ ਹੈਗਾ। ਔਰ ਜਦੋਂ ਸਾਡੇ ਸਾਰੇ ਜਿੰਨੇ ਵੀ ਸਾਡੇ ਆਜ਼ਾਦੀ ਘੁਲਾਟੀਏ ਨੇ, ਉਹਨਾਂ ਨੇ ਆਜ਼ਾਦੀ ਦੀ ਪ੍ਰਾਪਤੀ ਲਈ ਆਜ਼ਾਦੀ ਦੀਆਂ ਜਿਹੜੀਆਂ ਜੰਜੀਰਾਂ ਸੀ ਉਹਨਾਂ ਨੂੰ ਤੋੜਿਆ ਔਰ ਸਾਨੂੰ ਖੁਸ਼ੀਆਂ ਵਿੱਚ ਸਾਨੂੰ ਚੰਗਾ ਸਾਹ ਲੈਣ ਲਈ
ਪ੍ਰੇਰਿਤ ਕੀਤਾ। ਔਰ ਅੱਜ ਜੋ ਅਸੀਂ ਖੁਸ਼ਨੁਮਾ ਬੈਠੇ ਹਾਂ, ਦੇਸ਼ ਦੀ ਆਜ਼ਾਦੀ ਨੂੰ ਮਾਣ ਰਹੇ ਹਾਂ, ਇਹ ਉਹਨਾਂ ਦੀ ਦੌਲਤ ਆ, ਉਹਨਾਂ ਦੀ ਬਦੌਲਤ ਹੈ। ਔਰ ਉਹ ਦਿਹਾੜਾ ਅੱਜ ਮਨਾ ਰਹੇ ਆ, ਔਰ ਉਹਦੇ ਵਿੱਚ ਆਪਣੇ ਰਾਸ਼ਟਰਪਤੀ ਜੀ ਦਾ ਵੀ ਪੈਗਾਮ ਆਏਗਾ, ਸੰਦੇਸ਼ ਆਏਗਾ। ਔਰ ਇਹਦੇ ਵਿੱਚ ਇਹ ਦਿਹਾੜਾ ਬਹੁਤ ਵੱਡਾ ਦਿਹਾੜਾ, ਪਰ ਜਦੋਂ ਇਹ ਇਸ ਤਰ੍ਹਾਂ ਦੀਆਂ ਚਲਾਕੀਆਂ, ਇਸ ਤਰ੍ਹਾਂ ਦੀਆਂ ਜਿਹੜੀਆਂ ਮਾੜੀਆਂ ਗੱਲਾਂ ਹੁੰਦੀਆਂ ਨੇ ਸਿਆਸਤ ਦੇ ਵਿੱਚ, ਤੇ ਸਿਆਸਤ ਤਾਂ ਢਹਿ ਢੇਰੀ ਹੁੰਦੀ ਹੈ, ਲੋਕ ਵੀ ਢੇਰੀ ਹੋ ਜਾਂਦੇ ਆ, ਲੋਕ ਵੀ ਉਹ ਉੱਪਰ ਨਹੀਂ ਉੱਠ ਸਕਦੇ। ਪਰ ਇਹਨਾਂ ਨੂੰ ਇੱਕ ਆਹਦ ਕਰਨਾ ਚਾਹੀਦਾ, ਇੱਕ ਯਤਨ ਕਰਨਾ ਚਾਹੀਦਾ ਕਿ ਆਜ਼ਾਦੀ ਦਾ ਦਿਵਸ ਆ ਗਿਆ, ਦਿਹਾੜਾ ਹੈਗਾ, ਇਸ ਤਰ੍ਹਾਂ ਦਾ ਪ੍ਰਣ ਕਰਨ ਕਿ ਦੇਸ਼ ਨੂੰ ਖੁਸ਼ਹਾਲੀਆਂ ਵੱਲ ਲੈ ਕੇ ਜਾਣ, ਨਾ ਕਿ ਤੋੜ, ਨਾ ਕਿ ਇਹਨੂੰ ਖੰਡਾਉਣ, ਨਾ ਕਿ ਇਹਨੂੰ ਮਿੱਟੀ ਕਰਨ। ਇਹਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਣ, ਪੰਜਾਬ ਦੇ ਸੂਬਿਆਂ ਦੇ ਬਾਕੀ ਸੂਬਿਆਂ ਨੂੰ ਖੁਸ਼ਹਾਲ ਕਰਨ। ਸਾਰੇ ਸੂਬੇ ਕੇਂਦਰ ਦੇ ਨੇ ਔਰ ਉਹਨੂੰ ਸੰਭਾਲਣ ਦਾ ਯਤਨ ਕਰਨ। ਇਹ ਦਿਹਾੜਾ ਬਹੁਤ ਵੱਡਾ, ਜੇ ਇਸ ਦਿਹਾੜੇ 'ਤੇ ਇਹਨਾਂ ਨੇ ਇਸ ਤਰ੍ਹਾਂ ਦੇ ਪੈਗਾਮ ਦਿੱਤੇ, ਇਸ ਤਰ੍ਹਾਂ ਦੀ ਸਾਰਿਆਂ 'ਤੇ ਚੜ੍ਹੋਖਤੀ ਕੀਤੀ, ਤੇ ਇਹ ਦਿਨ ਉਹਨਾਂ ਨੂੰ ਫਿਰ ਉਹੀ ਹਾਸਲ ਹੋ ਜਾਏਗਾ ਜਿਹੜਾ ਪਹਿਲੋਂ ਗਏ ਸੀ, ਜਿਸ ਸਿਆਸਤ ਨੇ ਜਿਹੜੀ ਆ ਲੋਕਾਂ ਦੇ ਬਾਹਰਲੀਆਂ ਬ੍ਰਿਟਿਸ਼ ਕੌਮਾਂ ਦੇ ਅੰਡਰ ਰਹੀ ਆ, ਉਹਨਾਂ ਦੇ ਰਾਜ ਵਿੱਚ ਇਹਨਾਂ ਨੇ ਆਪਣਾ ਪ੍ਰਫੁੱਲਤਾ ਨਹੀਂ ਕਾਇਮ ਰੱਖੀ। ਇਹਨਾਂ ਨੂੰ ਚਾਹੀਦਾ ਕਿ ਹੁਣ ਖਾਸ ਤੌਰ 'ਤੇ ਸਿਆਣਪ ਵਰਤਣ, ਆਪਣੇ ਆਪ ਨੂੰ ਬਚਾਉਣ। ਤੇ ਜੇ ਸਿਆਸਤ ਇੱਦਾਂ ਦੀ ਰਹੀ ਤੇ ਮੈਨੂੰ ਲੱਗਦਾ ਫਿਰ ਅਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਨ ਤੋਂ ਦੂਰ ਨਹੀਂ ਰਵਾਂਗੇ। ਬਿਲਕੁਲ ਜੀ। ਹੁਣ ਆਪਾਂ ਅੱਗੇ ਵਧਦੇ ਹਾਂ ਕਿ ਖੜਕੇ ਸਾਹਿਬ ਜੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ, ਉਹਨਾਂ ਨੇ ਕਿਹਾ ਹੈ ਕਿ ਛੱਤੀਸਗੜ੍ਹ ਦੇ ਨਾਲ ਮੋਦੀ ਸਾਹਿਬ ਨੇ ਮਣੀਪੁਰ ਦੀ ਤੁਲਨਾ ਕੀਤੀ ਹੈ। ਇਹ ਲੋਕਾਂ ਦਾ ਅਪਮਾਨ ਹੈ। ਗੱਲ ਤੁਸੀਂ ਠੀਕ ਹੈ, ਤੁਸੀਂ ਬਹੁਤ ਵਧੀਆ ਲੜੀ ਨਾਲ ਲੜੀ ਜੋੜੀ ਹੈ। ਛੱਤੀਸਗੜ੍ਹ ਦੀ ਜਿਹੜੀ ਇਲੈਕਸ਼ਨ ਆਉਣ ਵਾਲੀ ਹੈ, ਬਿਲਕੁਲ ਇਲੈਕਸ਼ਨ ਆਉਣ ਵਾਲੀ ਹੈ। ਹੁਣ ਜਿਹੜਾ ਰਾਜ ਹੈਗਾ ਇਹ ਆਪ ਦਾ ਉੱਥੇ ਇਹਨਾਂ ਦਾ ਕਾਂਗਰਸ ਦਾ ਰਾਜ ਹੈਗਾ, ਔਰ ਉਹ ਰਾਜ ਨੂੰ ਨਿਭਾਉਣ ਲਈ ਚਾਹੁੰਦੇ ਨੇ ਕਿ ਅਗਲੀ ਇਲੈਕਸ਼ਨ 'ਚ ਅਸੀਂ ਫਿਰ ਇੱਥੋਂ ਜਿੱਤ ਹੋਈਏ, ਬਹੁਮਤ ਮਿਲੇ। ਉਹਨਾਂ ਦੇ ਮੁੱਖ ਮੰਤਰੀ ਨਾਲ ਇਹਨਾਂ ਨੇ ਮਿਲ ਕੇ ਸਲਾਹ ਕਰਕੇ ਗੱਲ ਕੀਤੀ ਆ ਕਿ ਜੇ ਇਹ ਤੁਲਨਾ ਉਹਦੀ ਕਰ ਰਹੇ ਆ ਛੱਤੀਸਗੜ੍ਹ ਦੇ ਨਾਲ ਮਣੀਪੁਰ ਦੀ, ਤੇ ਗਲਤ ਹੈਗੀ ਹੈ, ਲੋਕਾਂ ਦਾ ਅਪਮਾਨ ਆ, ਲੋਕਾਂ ਦੀ ਬੇਇੱਜ਼ਤੀ ਹੈ। ਉਹ ਕਹਿੰਦੇ ਕਦੇ ਵੀ ਇਸ ਤਰ੍ਹਾਂ ਦੀ ਇੱਥੇ ਕੋਈ ਘਟਨਾ ਨਹੀਂ ਵਾਪਰੀ, ਸਾਡਾ ਰਾਜ ਇੱਥੇ ਹੈਗਾ, ਸਾਨੂੰ ਉਸ ਦੀ ਤੁਲਨਾ 'ਚ ਕਿਉਂ ਲੈ ਕੇ ਜਾ ਰਹੇ ਆ ਜਿੱਥੇ ਇਹਨਾਂ ਦਾ ਰਾਜ ਹੈ, ਜਿੱਥੇ ਇੰਨੀ ਬੇਪਤੀ ਹੋਈ ਔਰਤਾਂ ਦੀ, ਜਿੱਥੇ ਰੇਪ ਹੋਇਆ, ਅਗਜਨੀ 'ਚ ਜਲ ਗਈਆਂ ਔਰਤਾਂ, ਬੱਚਿਆਂ ਨੂੰ ਸਾੜ ਗਿਆ, ਬੁੱਢਿਆਂ ਨੂੰ ਵਿਚਾਰਿਆਂ ਨੂੰ ਮਾਰਿਆ ਗਿਆ, ਕੁੱਟਿਆ ਗਿਆ, ਜਿੱਥੇ FIR ਲੌਜ ਇੰਨੀਆਂ ਜ਼ਿਆਦਾ ਹੋਈਆਂ, ਜਿੱਥੇ ਪੂਰਾ ਹੀ ਮਣੀਪੁਰ ਸੜ ਰਿਹਾ, ਉਹਦੀ ਤੁਲਨਾ ਇਹਦੇ ਛੱਤੀਸਗੜ੍ਹ ਨਾਲ ਕਿੱਦਾਂ ਕਰ ਦਿੱਤੀ। ਉਹ ਕਹਿੰਦੇ ਬਿਲਕੁਲ ਝੂਠ ਹੈ ਔਰ ਗਲਤ ਹੈ, ਫੇਕ ਹੈ, ਇਹ ਸਾਰਾ ਕੁਝ ਜਾਲੀ ਗੱਲ ਕੀਤੀ ਹੈ। ਖੜਕੇ ਸਾਹਿਬ ਨੇ ਕਿਹਾ, ਉਹ ਵੀ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੇ ਕਹਿਤਾ ਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਇਹ ਨਾ ਪਚਣਯੋਗ ਗੱਲ ਹੈਗੀ ਆ। ਜੇ ਗੱਲ ਕਰਨੀ ਸੀ ਕੁਝ ਸਾਫ਼ ਸੁਥਰੀ ਗੱਲ ਕਰਦੇ, ਕਿਉਂਕਿ ਇਹਨਾਂ ਨੇ ਇਲੈਕਸ਼ਨ ਦਾ ਸਟੰਟ ਅੱਗੇ ਰੱਖਿਆ ਕਿ ਇਲੈਕਸ਼ਨ ਆ ਰਹੀ ਹੈ, ਜੇ ਅਸੀਂ ਕਹਿ ਦਈਏ ਉਹਦੇ ਨਾਲ ਹੀ ਹੈਗਾ, ਮਣੀਪੁਰ ਵਰਗਾ ਹੀ ਹੈ ਵੀ ਸਾਰਾ ਕੁਝ ਹੈਗਾ। ਉਹ ਕਹਿੰਦੇ ਕਿਉਂ ਇਹਨਾਂ ਨੂੰ ਸਾਰੇ ਸੂਬੇ ਮਣੀਪੁਰ ਵਰਗੇ ਲੱਗ ਰਿਹਾ, ਕਿਉਂ ਨਹੀਂ ਕੰਟਰੋਲ ਕਰ ਰਹੇ ਉਹਦੇ 'ਤੇ, ਕਿਉਂ ਨਹੀਂ ਉੱਥੇ ਜੋ ਕੁਛ ਅੱਗ ਦੀਆਂ ਲਪਟਾਂ ਆ ਰਹੀਆਂ ਉਹਨਾਂ ਨੂੰ ਕਿਉਂ ਨਹੀਂ ਠੰਡਾ ਕਰ ਰਹੇ। ਉਹ ਕਿਹਨੇ ਕਰਨਾ ਹੈਗਾ? ਉਹ ਕਹਿੰਦੇ ਉਹ ਬਾਹਰੋਂ ਆ ਕੇ ਤੇ ਕਿਤੇ ਸ਼ਾਹਬਾਜ਼ ਸ਼ਰੀਫ ਨੇ ਨਹੀਂ ਕਰਨਾ, ਜਾਂ ਹੋਰ ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਨਹੀਂ ਆਉਣਾ, ਇਹ ਸਾਰੀ ਉਹਨਾਂ ਦੀ ਗੱਲ ਹੈ। ਉਹ ਕਹਿੰਦੇ ਜੇ ਬੋਲਦੇ ਤੇ 2 ਮਿੰਟ ਬੋਲਦੇ ਉਹਦੇ ਬਾਰੇ, ਤੇ ਜੇ ਮਿੰਟ ਤੱਕ ਤਾਂ ਇਹ ਆਉਂਦੇ ਹੀ ਨਹੀਂ ਕਿ ਨਾ ਇਹਨਾਂ ਗੱਲ ਕਰਨੀ ਹੈ। ਜਿਸ ਰਾਹੁਲ ਗਾਂਧੀ ਨੇ ਵੀ ਕਿਹਾ ਹੈਗਾ ਕਿ ਉਹ ਜਲ ਰਿਹਾ, ਭਾਰਤ ਮਾਤਾ ਜਿਹੜੀ ਅੱਗ ਦੀਆਂ ਲਪਟਾਂ ਵਿੱਚ ਜੜ ਲਈ ਹੈ, ਉਹਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਏਕਤਾ ਦਾ ਸੂਚਕ ਬਣ ਕੇ ਅੱਗੇ ਆਉਣਾ ਚਾਹੀਦਾ ਹੈ। ਇਹ ਕਾਂਗਰਸ ਵੱਲੋਂ ਤੇ ਬਾਕੀ ਜਿਹੜੀਆਂ ਇੰਡੀਆ ਦੀ ਜਿਹੜੀ ਪਾਰਟੀ ਬਣੀ ਇਹਨਾਂ ਦੀ ਵਿਰੋਧੀ ਪਾਰਟੀ, ਉਹਦੇ ਵੱਲੋਂ ਇਹ ਸਾਰਾ ਐਲਾਨਨਾਮਾ ਸੀ। ਐਲਾਨਨਾਮਾ ਤਾਂ ਹੈਗਾ ਹੀ ਹੈ, ਔਰ ਬਾਕੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਔਰ ਜੋ ਹਿੰਦੁਸਤਾਨ ਦੇ ਅੰਦਰ ਹਾਲਾਤ ਬਣਦੇ ਪਏ ਨੇ, ਆਮ ਲੋਕ ਤੇ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈ। ਸਹੀ ਗੱਲ। ਆਮ ਲੋਕ ਤੇ ਬਹੁਤ ਹੀ ਜ਼ਿਆਦਾ ਚਿੰਤਾ 'ਚ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਕੀ ਹੋਣਾ ਹੈ ਇੱਦਾਂ ਦੇ ਵਾਤਾਵਰਣ ਦੇ ਵਿੱਚ। ਸੋ ਇਹ ਗੱਲਾਂ ਬੜੀਆਂ ਚਿੰਤਾਜਨਕ ਨੇ। ਦੇਖੋ ਕੀ ਬਣਦਾ ਅੱਗੇ ਚੱਲ ਕੇ, ਕਿਉਂਕਿ ਚਿੰਤਾ ਤਾਂ ਦੇਖੋ ਇੱਦਾਂ ਹੈ ਕਿ ਜਿਹੜਾ ਹੁਣ ਬਾਹਰ ਵੀ ਲੋਕ ਜਾ ਰਹੇ ਨੇ, ਪ੍ਰਵਾਸ ਵੀ ਕਰ ਰਹੇ ਨੇ, ਉਹ ਵੀ ਕਿਤੇ ਨਾ ਕਿਤੇ ਸਾਈਕੋਲੋਜੀ ਇਹੀ ਹੈ। ਹੁਣ ਇੱਕ ਗੁਰਦੁਆਰਾ ਸਾਹਿਬ ਦੀ ਗੱਲ ਆ ਰਹੀ ਹੈ ਸਾਹਮਣੇ ਕਿ ਉੱਥੇ ਲੋਕ ਵਿਦੇਸ਼ 'ਚ ਮੰਨਤ ਪੂਰੀ ਹੋਵੇ, ਵਿਦੇਸ਼ ਜਾਣ ਬੱਚੇ, ਉੱਥੇ ਜਹਾਜ਼ ਚੜਾਉਂਦੇ ਨੇ, ਜਹਾਜ਼ ਇੱਕ ਖਿਡੌਣਾ, ਜਾ ਕੇ ਮੱਥਾ ਟੇਕਦੇ ਨੇ ਔਰ ਅਰਦਾਸ ਕਰਦੇ ਨੇ। ਹੁਣ ਇਹ ਮੇਰੇ ਵਾਸਤੇ ਤਾਂ ਇਹ ਨਵੀਂ ਗੱਲ ਹੈ, ਮੈਂ ਤਾਂ ਪਹਿਲੀ ਵਾਰ ਸੁਣਦਾ ਪਿਆ ਕਿ ਜਹਾਜ਼ ਵੀ ਚੜਾਇਆ ਜਾਂਦਾ, ਉਹ ਵੀ ਗੁਰਦੁਆਰਾ ਸਾਹਿਬ ਜਾ ਕੇ। ਔਰ ਗੁਰੂ ਸਾਹਿਬ ਨੇ ਜਿਨ੍ਹਾਂ ਗੱਲਾਂ ਤੋਂ ਰੋਕਿਆ, ਵਰਜਿਆ ਕਿ ਇਹ ਸਭ ਕੰਮ ਨਹੀਂ ਕਰਨੇ, ਔਰ ਅਸੀਂ ਉਹੀ ਕੰਮ ਕਰਦੇ ਹਾਂ। ਸੋ ਇਹ ਜਹਾਜ਼ ਚੜਾਉਣ ਦਾ ਕੀ ਕਿੱਸਾ ਹੈ ਜੀ? ਇਹ ਕਾਫੀ ਦੇਰ ਤੋਂ ਚੱਲਦਾ ਆ ਰਿਹਾ ਕਿ ਜਿਹੜਾ ਵੀ ਮੰਨਤ ਸੀਗੀ, ਇਹ ਲੋਕਾਂ ਦੇ ਮਨਾਂ ਵਿੱਚ ਇਹ ਆ ਗਿਆ ਕਿ ਜੇ ਅਸੀਂ ਬਾਹਰ ਜਾਵਾਂਗੇ, ਬੱਚੇ ਭੇਜਾਂਗੇ। ਉਹ ਅਰਦਾਸ ਕਰ ਲੈਂਦੇ ਸੀ ਪਹਿਲਾਂ, ਜੇ ਮੁੰਡਾ ਚਲੇ ਜਾਂਦਾ ਸੀਗਾ ਤਾਂ ਫਿਰ ਜਹਾਜ਼ ਚੜ੍ਹਾ ਕੇ ਆਉਂਦੇ ਸੀਗੇ।
ਔਰ ਇਹ ਜਹਾਜ਼ ਚੜ੍ਹਨ ਦਾ ਜਿਹੜਾ ਪਰੰਪਰਾ ਹੈਗੀ ਆ, ਇਹ ਆਪੇ ਬਣਾਈ ਪਰੰਪਰਾ ਹੈ, ਸਿੱਖ ਧਰਮ ਦੀ ਪਰੰਪਰਾ ਨਹੀਂ ਹੈਗੀ ਔਰ ਕਿਸੇ ਮਰਿਆਦਾ ਵਿੱਚ ਨਹੀਂ ਆਉਂਦਾ। ਗੁਰੂ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦਾ ਹੁਕਮ ਨਹੀਂ ਹੋਇਆ। ਔਰ ਵੈਸੇ ਜੇ ਜਹਾਜ਼ ਕਹਿੰਦੇ ਰਹੇ ਤਾਂ ਨਿਹੰਗ ਜਿਹੜੇ ਗੁਰੂ ਕੀ ਲਾਡਲੀ ਫੌਜ ਹੈ, ਗੱਡੀ ਨੂੰ ਜਹਾਜ਼ ਕਹਿੰਦੇ ਰਹੇ, ਉਹਨਾਂ ਦੀ ਭਾਸ਼ਾ 'ਚ ਜਹਾਜ਼ ਹੈ। ਪਰ ਜਿਹੜੇ ਇਹ ਖਿਡੌਣੇ ਆ, ਇਹ ਖਿਡੌਣਿਆਂ ਨੂੰ ਜਿਹੜਾ ਹੈਗਾ ਤਰਨ ਸਾਹਿਬ ਬਾਬਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਜਾਂਦੇ ਨੇ ਲੋਕ, ਨਤਮਸਤਕ ਹੁੰਦੇ ਆ। ਉੱਥੇ ਵੀ ਇਹ ਪਰੰਪਰਾ ਬਣਾਈ ਗਈ ਸੀਗੀ। ਔਰ ਉੱਥੇ ਜਦੋਂ ਜਹਾਜ਼ ਚੜ੍ਹਦੇ ਆ, ਬਾਹਰ ਬੱਚੇ, ਜਨਾਨੀਆਂ, ਔਰਤਾਂ, ਆਦਮੀ ਜਹਾਜ਼ ਵੇਚਦੇ ਆ। ਤੁਸੀਂ ਗੱਡੀ ਲੈ ਕੇ ਜਾਓ ਕਦੀ ਤੇ ਤੁਹਾਨੂੰ ਰਾਹ 'ਚ ਰੋਕਣਗੇ, ਜਹਾਜ਼ ਲੈ ਲਓ, ਹੈ ਨਾ, ਤੁਸੀਂ ਮੱਥਾ ਟੇਕਣਾ ਤੇ ਜਹਾਜ਼ ਲੈ ਲਓ। ਉੱਥੇ ਅੰਦਰ ਜਾਂਦੇ, ਉੱਥੇ ਪ੍ਰਸ਼ਾਦ ਵੀ ਜਹਾਜ਼ ਦਾ ਹੀ ਦਿੰਦੇ ਆ। ਔਰ ਇਹ ਕਿੰਨੀ ਗਲਤ ਪਰੰਪਰਾ ਬਣਾਈ ਸੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਜੀ ਨੇ, ਜਿਹੜੇ ਇਕੱਠੇ ਪ੍ਰਧਾਨ ਨੇ ਉਹਨਾਂ ਦੇ ਹਰਜਿੰਦਰ ਸਿੰਘ ਧਾਮੀ ਜੀ ਔਰ ਜਥੇਦਾਰ ਰਘਬੀਰ ਸਿੰਘ, ਜਿਹੜੇ ਅਕਾਲ ਤਖਤ ਦੇ ਜਥੇਦਾਰ ਜੀ, ਉਹਨਾਂ ਵੱਲੋਂ ਹੁਕਮਨਾਮਾ ਆਇਆ ਕਿ ਬਿਲਕੁਲ ਤੁਰੰਤ ਬੰਦ ਕੀਤਾ ਜਾਵੇ। ਦਰਬਾਰ ਸਾਹਿਬ ਵਿੱਚ ਵੀ ਖਿਡੌਣੇ ਤੇ ਜਿਹੜੇ ਜਹਾਜ਼ ਲੈ ਕੇ ਆਉਂਦੇ ਸੀ, ਕੋਈ ਨਹੀਂ ਆਊਗਾ, ਸੇਵਾਦਾਰ ਉਹਨਾਂ ਨੂੰ ਬਾਹਰੋਂ ਹੀ ਰੋਕ ਲੈਣਗੇ। ਔਰ ਇਹ ਸਾਰਾ ਇਹ ਸਿਰਫ ਤਰਨ ਸਾਹਿਬ ਗੁਰਦੁਆਰਾ ਨਹੀਂ ਹੈਗਾ, ਗੁਰਦੁਆਰਾ ਇੱਕ ਏਅਰਪੋਰਟ ਗੁਰੂ ਰਾਮਦਾਸ ਜੀ ਦੀ ਏਅਰਪੋਰਟ ਅੰਮ੍ਰਿਤਸਰ, ਉਹਦੇ ਨਾਲ ਵੀ ਜਵੰਦ ਸਾਹਿਬ ਗੁਰਦੁਆਰਾ ਹੈਗਾ, ਉੱਥੇ ਵੀ ਹੈਗਾ। ਇਹ ਦੋਵੇਂ ਗੁਰਦੁਆਰੇ SGPC ਦੇ ਅੰਡਰ ਨਹੀਂ, ਇਹ ਤਾਂ ਇਹਨਾਂ ਦੀ ਆਪਣੀ ਧਾਰਮਿਕ ਸੰਸਥਾ ਹੈਗੀ ਆ। ਔਰ ਇਹ ਜਿਹੜੀ ਤਰਨ ਸਾਹਿਬ ਅੱਗੇ ਵੀ ਕੁਛ ਇਸ ਤਰ੍ਹਾਂ ਦਾ ਹਲਚਲ ਹੋਈ ਸੀਗੀ। ਔਰ ਉੱਥੇ ਰਿਸੀਵਰ ਬੈਠਦੇ ਆ, ਤਹਿਸੀਲਦਾਰ ਸਾਹਿਬਾਨ ਨੇ, ਜੋ ਉੱਥੇ ਆਉਣ ਦਾ, ਚੜ੍ਹਾਵਾ ਚੜ੍ਹਨ ਦਾ ਸਾਰਾ ਕੁਝ ਇਕੱਠਾ ਕਰਦੇ ਆ। ਇੱਕ ਵਾਰੀ ਬਹੁਤ ਉੱਥੇ ਰੌਲਾ ਪੈ ਗਿਆ ਸੀਗਾ। ਔਰ ਚੜ੍ਹਾਵੇ ਤੋਂ ਜਾਂ ਰਹਿਣ ਤੋਂ ਜਾਂ ਕਈ ਤਰ੍ਹਾਂ ਦੀ ਉੱਥੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਪਿੰਡ ਦੇ ਲੋਕਾਂ ਨੂੰ ਲੜਾਈ ਝਗੜਾ ਹੋਇਆ ਸੀਗਾ। ਪਰ ਹੁਣ ਸ਼ਾਂਤੀ ਹੈ, ਰਿਸੀਵਰ ਸਾਹਿਬ ਉੱਥੇ ਬੈਠਦੇ ਨੇ, ਸਾਰਾ ਕੁਝ ਹੈਗਾ। ਪਰ ਇਸ ਤਰ੍ਹਾਂ ਦੇ ਜਿਹੜੇ ਅੰਧ ਵਿਸ਼ਵਾਸ ਨੇ, ਇਹਨਾਂ ਨੂੰ ਪਾਲਣ ਦਾ, ਇਹਨਾਂ ਨੂੰ ਅੱਗੇ ਲਿਆਉਣ ਦਾ ਗਲਤ ਗੱਲ ਹੈਗੀ ਆ। ਆਉਣ ਵਾਲੀ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ, ਉਹ ਕੀ ਸਿੱਖੂਗੀ? ਗੁਰੂ ਸਾਹਿਬ ਨੇ ਇਸ ਤਰ੍ਹਾਂ ਤਾਂ ਨਹੀਂ ਕੀਤਾ, ਜੇ ਅਰਦਾਸ ਸੱਚੇ ਮਨੋਂ ਤੁਸੀਂ ਕੀਤੀ ਆ, ਤੁਹਾਡੀਆਂ ਝੋਲੀਆਂ ਭਰੀਆਂ ਜਾਣਗੀਆਂ। ਤੁਸੀਂ ਲੋਕਾਂ ਦੇ ਭਲੇ ਲਈ, ਲੋਕਾਂ ਦੇ ਗੱਲਾਂ ਲਈ ਜਾਂ ਆਪਣੇ ਦਸਵੰਧ ਕੱਢ ਕੇ ਗੁਰਦੁਆਰਾ ਸਾਹਿਬ 'ਚ ਜਾਂਦੇ ਜੇ, ਜੋ ਕੁਛ ਚੜਾਵਾ ਚੜਾਉਂਦੇ ਜੇ, ਉਹ ਗੱਲ ਹੋਰ ਹੈਗੀ। ਉਹ ਪਬਲਿਕ ਦੇ ਸ਼ਰਧਾਲੂਆਂ ਦੇ ਕੰਮ ਆਊਗਾ। ਲੰਗਰ ਦੇ ਵਿੱਚ ਹਿੱਸਾ ਪਾਉਣ, ਜਿਹੜਾ ਗੁਰੂ ਦਾ ਲੰਗਰ ਅਟੁੱਟ ਵਰਤਦਾ, ਉਹਦੇ ਲਈ ਹਿੱਸਾ ਪਾਇਆ ਜਾ ਸਕਦਾ, ਨਾ ਕਿ ਇਸ ਤਰ੍ਹਾਂ ਦੀਆਂ ਖਿਡੌਣੇ ਲੈ ਕੇ ਜਾਣ ਲਈ। ਇਹ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਹੈਗਾ, ਪਰ ਬਹੁਤ ਲੇਟ ਫੈਸਲਾ ਲਿਆ ਗਿਆ। ਔਰ ਇਹਦੇ ਵਿੱਚ ਹੁਣ ਲੋਕਾਂ ਨੂੰ ਦੱਸ ਦਿੱਤਾ ਗਿਆ, ਜਿੰਨੇ ਸ਼ਰਧਾਲੂ ਜਾਣਗੇ ਇਹ ਨਹੀਂ ਵੇਖਣਗੇ। ਉੱਥੇ ਤਰਨ ਸਾਹਿਬ ਦੇ ਆਲੇ ਦੁਆਲੇ ਚੁਗਿਰਦੇ 'ਚ ਜੋ ਬੀਬੀਆਂ ਉੱਥੇ ਬੈਠਦੀਆਂ ਸੀ, ਹਰ ਸੜਕ ਦੇ ਉੱਤੇ ਜਹਾਜ਼ ਲੈ ਕੇ ਬੈਠੀਆਂ ਸੀਗੀਆਂ। ਉੱਥੇ ਪ੍ਰਸ਼ਾਦ ਲੈ ਕੇ ਲੈ ਆਉਂਦੀਆਂ ਸੀਗੀਆਂ, ਉਦੋਂ ਬਾਅਦ ਉਹੀ ਵੇਚੀ ਜਾਂਦੀਆਂ। ਉਹੀ ਗੁਰਦੁਆਰਾ ਸਾਹਿਬ ਚੜ੍ਹਦੇ, ਉਹੀ ਵਾਪਸ ਆ ਕੇ ਉਹਨਾਂ ਕੋਲ ਆ ਜਾਂਦੇ ਸੀ। ਇਹ ਗੱਲ ਹੁੰਦੀ ਸੀ, ਕਿਉਂਕਿ ਜਿਹੜੇ ਲੋਕ ਬਾਹਰੋਂ ਆਉਂਦੇ ਸ਼ਰਧਾਲੂ ਹੁੰਦੇ, ਉਹ ਗੱਡੀ 'ਚ ਲੈ ਕੇ ਤਾਂ ਜਹਾਜ਼ ਜਾਂਦੇ ਨਹੀਂ। ਔਰ ਉਹ ਜਿਹੜਾ ਮੁੰਡਾ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਜਿੱਥੇ ਚਲੇ ਜਾਂਦਾ, ਜਦੋਂ ਜਹਾਜ਼ ਦੇ ਉੱਤੇ ਚੜ੍ਹ ਗਿਆ, ਉਦੋਂ ਬਾਅਦ ਇੱਥੇ ਜਹਾਜ਼ ਦੂਜਾ ਚੜ੍ਹਾਤਾ ਖਿਡੌਣੇ ਵਾਲਾ। ਇਹ ਰਹੀ ਹੈ ਲੋਕਾਂ ਦੇ ਵਿੱਚ। ਇਹ ਸਿੱਖ ਪਰੰਪਰਾ ਵਿੱਚ ਬਿਲਕੁਲ ਨਹੀਂ ਹੈਗੀ। ਕੋਈ ਗੁਰੂ ਮਰਿਆਦਾ ਨਹੀਂ, ਕੋਈ ਇਸ ਤਰ੍ਹਾਂ ਦਾ ਇਹ ਅਕੀਦਾ ਨਹੀਂ, ਕੋਈ ਇਸ ਤਰ੍ਹਾਂ ਦਾ ਕੋਈ ਬਣਿਆ ਨਹੀਂ ਗੱਲ। ਇਹਨੂੰ ਲੋਕਾਂ ਨੇ ਅੱਗੇ ਲੈਣ ਦਾ, ਇਹਦੇ ਵਿੱਚ ਪੜ੍ਹੇ ਲਿਖੇ ਵੀ, ਅਨਪੜ੍ਹ ਵੀ ਹੈਗੇ ਆ, ਅੰਧ ਵਿਸ਼ਵਾਸੀ ਵੀ ਹੈਗੇ ਆ, ਸਾਰੇ ਤਰ੍ਹਾਂ ਦੇ ਹੈਗੇ ਆ। ਪਰ ਜਿਹੜੀ ਧਾਰਮਿਕ ਸੰਸਥਾ ਨੇ, ਜਿਹੜੀ ਸ਼੍ਰੋਮਣੀ ਕਮੇਟੀ ਹੈ, ਉਹਨਾਂ ਨੇ ਇਸ ਨੂੰ ਬਾਹਰ ਕੱਢਣ ਦਾ ਹੁਕਮ ਦੇ ਦਿੱਤਾ। ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ, ਉਹਨਾਂ ਦਾ ਹੁਕਮ ਕਦੀ ਇਸ ਤਰ੍ਹਾਂ ਦਾ ਅੰਜਾਈ ਨਹੀਂ ਜਾਂਦਾ। ਸਾਰੇ ਲੋਕ ਮੰਨਣਗੇ, ਸਤਿਕਾਰ ਨਾਲ ਮੰਨਣਗੇ। ਔਰ ਇਸ ਤੋਂ ਬਾਅਦ ਹੋਰ ਤਰ੍ਹਾਂ ਦੇ ਪ੍ਰਸ਼ਾਦ ਲਾਓ, ਤੇ ਪ੍ਰਸ਼ਾਦ ਚੜਾਓ, ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕੋ ਔਰ ਅਰਦਾਸਾਂ ਕਰੋ, ਜੋ ਕੁਛ ਹੈਗਾ। ਸੰਗਤ 'ਚ ਬੈਠੋ, ਸੰਗਤ ਤੇ ਜਿਹੜੀ ਹੈਗੀ ਹੈ ਗੁਰੂ ਦੀ ਰੰਗਤ ਹੈ, ਸਾਰਾ ਕੁਛ ਹੈਗਾ ਉੱਥੇ। ਔਰ ਪ੍ਰਸ਼ਾਦਾ ਛਕੋ, ਉੱਥੇ ਗੁਰੂ ਦਾ ਅਟੁੱਟ ਲੰਗਰ ਹੈਗਾ। ਇਹ ਚੀਜ਼ਾਂ ਤੋਂ ਦੂਰ ਰਹਿਣਾ ਵੱਡੀ ਗੱਲ ਹੈਗੀ। ਪੜ੍ਹੇ ਲਿਖੇ ਲੋਕ ਨੇ, ਅਨਪੜ੍ਹ ਤਾਂ ਹੈ ਨਹੀਂ, ਕੋਈ ਬਹੁਤ ਬੈਕਵਰਡ ਏਰੀਆ 'ਚ ਨਹੀਂ। ਪੰਜਾਬ ਹੈ, ਖੁਸ਼ਹਾਲ ਏਰੀਆ ਵਾ, ਫਿਰ ਵੀ ਇਹੋ ਜਿਹੀਆਂ ਗੱਲਾਂ ਦੇ ਮਗਰ ਲੱਗ ਜਾਂਦੇ। ਬਿਲਕੁਲ ਜੀ, ਜੋ ਹੁਕਮ ਹੈ ਗੁਰੂ ਸਾਹਿਬ ਦਾ, ਉਸ ਦੇ ਅਨੁਸਾਰ ਚੱਲੋ। ਔਰ ਗੁਰੂ ਸਾਹਿਬ ਆਪ ਵੀ ਫਰਮਾਉਂਦੇ ਨੇ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਜੋ ਉਹਨਾਂ ਦੀ ਰਜਾ ਦਾ ਹੁਕਮ ਹੈ, ਉਹ ਨਾਲ ਚੱਲਣਾ। ਬਿਲਕੁਲ ਨਾਲ ਚੱਲਣਾ। ਹੁਣ ਆ ਇੱਕ ਨਵੀਂ ਗੱਲ ਹੋ ਰਹੀ ਹੈ ਕਿ ਹਿੰਦੂ ਜਥੇਬੰਦੀਆਂ ਵੱਲੋਂ ਪਲਵਲ ਦੇ ਪੰਡੋਰੀ ਪਿੰਡ ਵਿੱਚ ਮਹਾਪੰਚਾਇਤ ਕੀਤੀ ਗਈ ਹੈ। ਔਰ 28 ਤਰੀਕ ਨੂੰ ਮੁੜ ਯਾਤਰਾ ਹੋਣੀ ਹੈ ਜੀ। ਹੁਣ ਇਹ ਹਰ ਥਾਂ ਤੇ, ਇੱਥੇ ਚਲੋ ਪੰਜਾਬ ਦੇ ਵਿੱਚ ਤੇ ਪੰਚਾਇਤਾਂ ਭੰਗ ਹੋ ਗਈਆਂ, ਤੇ ਨਵੰਬਰ ਦੇ ਵਿੱਚ ਇਲੈਕਸ਼ਨਸ ਹੋਣੇ, ਦਸੰਬਰ 'ਚ ਕਿਤੇ ਜਾ ਕੇ ਕੰਮ ਸ਼ੁਰੂ ਹੋਣਾ ਹੈ। ਹੁਣ ਇੱਥੇ ਇਹ ਮਹਾਪੰਚਾਇਤ ਹੈ। ਇਹ ਮਹਾਪੰਚਾਇਤ ਜਿਹੜੀ ਹੈ, ਮੇਰਾ ਖਿਆਲ ਤੇ ਇਹਦੇ 'ਚ ਇਲੈਕਸ਼ਨਸ ਨਹੀਂ, ਇਹ ਅਲੱਗ ਹੀ ਬੈਠਦੀ ਹੈ। ਇਹ ਕੋਈ ਧਾਰਮਿਕ ਸੰਸਥਾ ਦੇ ਤੌਰ ਤੇ ਬੈਠਦੀ ਹੈ, ਜਾਂ ਕੋਈ ਮੌਤਬਰ ਹੁੰਦੇ ਨੇ ਪਿੰਡ ਦੇ, ਕੋਈ ਧਾਰਮਿਕ ਆਗੂ ਹੁੰਦੇ ਨੇ, ਉਸ ਚੀਜ਼ ਨੂੰ ਲੈ ਕੇ ਕੁਝ ਖਾਸ ਜਿਹੜੇ ਰੂਲ ਬਣਾਏ ਹੋਏ ਨੇ ਉਹਨਾਂ ਨੇ ਆਪਣੇ ਆਪਣੇ ਪਿੰਡ ਦੇ, ਉਸ ਦੇ ਮੁਤਾਬਿਕ ਸਭ ਗੱਲਾਂ ਬਾਤਾਂ ਚੱਲਦੀਆਂ ਨੇ। ਇੱਥੇ ਜਥੇਬੰਦੀਆਂ ਜਿਹੜੀਆਂ ਨੂੰਹ ਵਿੱਚ ਹਿੰਸਾ ਭੜਕੀ ਆ, ਉਹਦੇ 'ਚ ਬਹੁਤ ਜਥੇਬੰਦੀਆਂ ਬਣ ਗਈਆਂ ਹੈ। ਇਹ ਹਿੰਦੂ ਜਥੇਬੰਦੀਆਂ ਦੀ ਮੀਟਿੰਗ ਹੋਈ ਆ, ਜਿਹਨੂੰ ਮਹਾਪੰਚਾਇਤ ਕਿਹਾ ਗਿਆ। ਵੈਸੇ ਪੰਚਾਇਤ ਜਿਹੜੀ ਹੈਗੀ ਉਹਨੂੰ ਖੇਪ ਬੋਲਦੇ ਆ ਹਰਿਆਣੇ 'ਚ,
ਸਾਡੀ ਗ੍ਰਾਮ ਪੰਚਾਇਤ ਆ ਉਹ ਖੇਪ ਆ, ਜਿਹੜੇ ਵੱਡੇ ਵੱਡੇ ਡਿਸੀਜਨ ਲੈਂਦੀ ਆ, ਜਿਹਦੇ ਵਿੱਚ ਕੋਈ ਕੁੜੀ ਦਾ ਤਲਾਕ ਹੋ ਗਿਆ, ਕਿਸੇ ਦਾ ਮਰਡਰ ਹੋ ਗਿਆ, ਬੰਦੇ ਦਾ ਹੋ ਗਿਆ, ਉਹ ਪੰਚਾਇਤ ਹੀ ਡਿਸਾਈਡ ਕਰਦੀ ਆ, ਕੋਰਟ ਆ ਉੱਥੋਂ ਦੀ, ਕਚਹਿਰੀ ਆ। ਔਰ ਆ ਜਿਹੜਾ ਹੁਣ ਮਸਲਾ ਹੋਇਆ ਹੈ, ਇਹ ਪਲਵਲ ਦੇ ਵਿੱਚ ਨਹੀਂ ਹੋ ਸਕਿਆ, ਉੱਥੇ ਜ਼ਿਆਦਾ ਇਹਨਾਂ ਨੂੰ ਪਤਾ ਲੱਗਾ ਖਤਰਾ ਹੈਗਾ। ਇਹ ਪੰਡੋਰੀ ਪਿੰਡ ਆ, ਉੱਥੇ ਮਹਾਂ ਪੰਚਾਇਤ ਹੋਈ ਆ ਔਰ ਉਹਦੇ ਵਿੱਚ ਕਈ ਡਿਸੀਜਨ ਹੋਏ ਆ ਕਿ ਅੱਗੇ ਆਉਣ ਵਾਲਾ ਸਮੇਂ 'ਚ ਅਸੀਂ ਕੀ ਕਰਨਾ ਹੈਗਾ ਔਰ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਦੀ ਸ਼ਾਂਤੀ ਬਹਾਲ ਕਰਾਂਗੇ ਔਰ ਕਿਉਂ ਮਾਰਿਆ ਗਿਆ ਲੋਕਾਂ ਨੂੰ, ਕਿਉਂ ਇਹ ਤਸ਼ੱਦਦ ਹੋ ਰਿਹਾ, ਕਿਉਂ ਖੂਨ ਖਰਾਬਾ ਹੋ ਰਿਹਾ। ਗੱਲ ਤਾਂ ਉੱਥੇ ਚੰਗੀ ਹੋਈ ਹੈ ਕਿ ਇਹਨੂੰ ਸਾਰੇ ਨੂੰ ਕੰਟਰੋਲ ਕਰਨ ਵਿੱਚ ਕੀ ਹਿੱਸਾ ਪਾ ਸਕਦੀਆਂ ਜਥੇਬੰਦੀਆਂ। ਔਰ ਉਹਨਾਂ ਨੇ ਕਹਿਤਾ 28 ਤਰੀਕ ਨੂੰ ਫਿਰ ਇਹਨਾਂ ਨੇ ਇੱਕ ਮੀਟਿੰਗ ਰੱਖ ਲਈ ਆ। ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਗਈਆਂ, ਹਿੰਦੂ ਜਥੇਬੰਦੀਆਂ ਵੀ ਗਈਆਂ, ਧਾਰਮਿਕ ਏਜੰਸੀਆਂ ਵੀ ਗਈਆਂ, NGOs ਏਜੰਸੀਆਂ ਵੀ ਗਈਆਂ, ਬਹੁਤ ਲੋਕ ਇਕੱਠੇ ਹੋਏ, ਤਾਂ ਇਹਨੂੰ ਮਹਾ ਪੰਚਾਇਤ ਕਿਹਾ ਗਿਆ। ਇਹਦੇ ਵਿੱਚ ਬਹੁਤ ਜ਼ਿਆਦਾ ਡਿਸੀਜਨ ਹੋਏ ਆ। ਇਹਦੇ ਵਿੱਚ ਸਿਆਸਤ ਦਾ ਕੋਈ ਮੰਤਰੀ ਜਾਂ ਕੋਈ ਮੰਤਰੀ ਮੰਡਲ ਤੋਂ ਨਹੀਂ ਗਿਆ, ਇਹ 'ਚ ਆਪੇ ਬਣਾਈਆਂ ਜਿਹੜੀਆਂ ਇਹਨਾਂ ਦੀਆਂ ਜਥੇਬੰਦੀਆਂ ਸੀ, ਉਹਨਾਂ ਨੇ ਇਹ 'ਚ ਭਾਗ ਲਿਆ। ਔਰ ਇਹ ਚਾਹੀਦਾ ਸੀ ਇਹਨਾਂ ਨੂੰ ਕਿ ਇਕੱਠੇ ਹੋ ਕੇ ਏਕਤਾ ਨਾਲ, ਜੋ ਉੱਥੇ ਹਰਿਆਣਾ 'ਚ ਹੋ ਰਿਹਾ, ਬਹੁਤ ਲੋਕ ਮਾਰੇ ਗਏ ਆ, ਬਹੁਤ ਲੋਕਾਂ 'ਤੇ FIR ਆ। ਇਹਨਾਂ ਨੇ ਕਹਿਤਾ ਕਿ ਜਿਹੜਿਆਂ ਦੇ ਅਪਰਾਧੀ ਨੇ, ਜਿਨ੍ਹਾਂ ਨੇ ਤਸ਼ੱਦਦ ਕੀਤਾ, ਉਹਨਾਂ ਨੂੰ ਫੜਿਆ ਜਾਵੇ। ਉਹਨਾਂ ਨੂੰ ਫੜਨ ਤੋਂ ਬਾਅਦ ਉਹਨਾਂ ਦੀ ਪਛਾਣ ਚਿੰਨ੍ਹ ਜ਼ਾਹਰ ਕੀਤਾ ਜਾਵੇ, ਉਹਦੇ ਵਿੱਚ ਫੇਸਬੁੱਕ 'ਤੇ ਪਾਇਆ ਜਾਵੇ ਵੀ ਆਹ ਲੋਕ ਨੇ ਜਿਨ੍ਹਾਂ ਨੇ ਇਹ ਰੌਲਾ ਪਾਤਾ ਹਰਿਆਣੇ ਦੇ ਵਿੱਚ। ਇਹਦੇ ਵਿੱਚ ਪਿੱਛੇ ਕੀ ਸਾਜ਼ਿਸ਼ ਹੈ, ਕੌਣ ਹੈਗੇ, ਉਹ ਬਕਣਗੇ ਆਪੇ, ਜਿਨ੍ਹਾਂ ਤੋਂ ਸਖਤੀ ਵਰਤੀ ਗਈ। ਔਰ ਇਹ ਪਲਵਲ ਤੋਂ ਬਾਅਦ ਹੁਣ ਇਹਨਾਂ ਨੇ ਦੂਜਾ ਜਿਹੜਾ ਲੋਕੇਸ਼ਨ ਦੱਸਿਆ ਵੀ ਕਿੱਥੇ ਮੀਟਿੰਗ ਹੈਗੀ, 28 ਤਰੀਕ ਨੂੰ ਹੈਗੀ, ਉਹਦੇ ਵਿੱਚ ਵੀ। ਔਰ ਪੰਜਾਬ ਤੋਂ ਬਾਅਦ ਪੰਜਾਬ 'ਚ ਤਾਂ ਜੇ ਸ਼ਾਂਤੀ ਬਹਾਲ ਹੈਗੀ ਆ। ਹਰਿਆਣਾ ਇਸ ਵੇਲੇ ਬੜੀਆਂ ਮੁਸ਼ਕਲਾਂ 'ਚੋਂ ਗੁਜ਼ਰ ਰਿਹਾ। ਹਰਿਆਣੇ ਦੇ ਵਿੱਚ ਆਏ ਦਿਨ ਕੁਛ ਨਾ ਕੁਛ ਇਸ ਤਰ੍ਹਾਂ ਦੇ ਹਿੰਸਾਤਮਕ ਘਟਨਾਵਾਂ ਹੋ ਜਾਂਦੀਆਂ, ਜਿਸ 'ਚ ਬਲੱਡ ਸ਼ੈੱਡ ਹੁੰਦਾ, ਮਾਰਦੇ ਕੁੱਟਦੇ ਲੋਕਾਂ ਨੂੰ। ਬਲਡੋਜ਼ਰ ਚੱਲੇ ਆ, ਕਈ ਜਾਇਦਾਦਾਂ ਤੋੜ ਦਿੱਤੀਆਂ, ਲੋਕਾਂ ਦੇ ਘਰ ਤੋੜ ਦਿੱਤੇ ਆ, ਅੱਗਾਂ ਲਾਤੀਆਂ, ਬਹੁਤ ਕੁਛ ਹੋਇਆ। ਔਰ ਇਸ ਗੱਲ ਦਾ ਨਿਪਟਾਰਾ ਕਰਨ ਲਈ ਅਤੇ ਕੰਟਰੋਲ ਕਰਨ ਲਈ, ਇਹਦੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਇਹ ਏਜੰਸੀਆਂ ਅੱਗੇ ਆਈਆਂ। ਇਹਨਾਂ ਨੇ ਕਹਿਤਾ ਕਿ ਅਸੀਂ ਹੁਣ ਇਕੱਠੇ ਹੋ ਕੇ ਇਹਦਾ ਨਿਪਟਾਰਾ ਕਰਾਂਗੇ। ਮੇਰਾ ਖਿਆਲ ਹੈ ਕਿ ਵਾਰੀ ਸਰਕਾਰਾਂ ਕੋਲ ਜਦੋਂ ਗੱਲ ਉੱਤੋਂ ਦੀ ਨਿਕਲ ਜਾਂਦੀ ਹੈ, ਸਿਰ ਤੋਂ ਪਾਣੀ ਨਿਕਲ ਜਾਂਦਾ, ਫਿਰ ਇੱਦਾਂ ਦੀਆਂ ਏਜੰਸੀਆਂ ਬੜਾ ਕੰਮ ਕਰ ਲੈਂਦੀਆਂ, ਬਹੁਤ ਕੁਝ ਕਰ ਸਕਦੀਆਂ। ਲੋਕ ਉਹਨਾਂ ਦੀ ਮੰਨਦੇ ਵੀ ਆ, ਧਾਰਮਿਕ ਏਜੰਸੀਆਂ ਦੀ ਮੰਨਦੇ ਆ, ਹਿੰਦੂ ਏਜੰਸੀਆਂ ਦੀ, ਜਿਹੜੀ ਧਾਰਮਿਕ ਏਜੰਸੀਆਂ ਉਹਨਾਂ ਦੀ ਮੰਨਦੇ ਆ। ਲੋਕ ਮੰਨਣ ਤੋਂ ਬਾਅਦ ਸ਼ਾਂਤੀ ਬਹਾਲ ਹੋ ਸਕਦੀ ਹੈ। ਬਿਲਕੁਲ, ਬਸ ਇਹ ਹੈ ਕਿ ਇਹਦੇ 'ਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਾ ਹੋਵੇ ਔਰ ਉਹਨਾਂ ਨੂੰ ਫ੍ਰੀਲੀ ਸੁਤੰਤਰ ਰੂਪ ਦੇ ਵਿੱਚ ਕੰਮ ਕਰਨ ਝੁੱਗਾ ਚੌੜ ਹੋ ਜਾਂਦਾ। ਇਹਨੂੰ ਝੁੱਗਾ ਚੌੜਨ ਦੇ ਪੰਜਾਬੀ ਜੇ ਰਾਜਕ ਏਜੰਸੀ ਕੋਈ ਧਾਰਮਿਕ ਏਜੰਸੀ ਦੇ ਵਿੱਚ ਆ ਵੜਦੀ ਹੈ ਨਾ, ਜਿਸ 'ਚ ਰਾਜਨੀਤੀ ਦਾ ਰੋਹਬ ਆ ਜਾਂਦਾ, ਫਿਰ ਇਹ ਕੰਮ ਖਰਾਬ ਹੋ ਜਾਂਦਾ। ਬਲਕਾਰ ਜੀ, ਇੱਕ ਹੋਰ ਆਪਾਂ ਜਾਂਦੇ ਜਾਂਦੇ ਮੁੱਦਾ ਲੈਂਦੇ ਹਾਂ ਜੀ, ਕਾਫੀ ਇਹ ਵੀ ਡਿਸਟਰਬ ਕਰਨ ਵਾਲਾ ਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਨੇਡਾ ਦੇ ਵਿੱਚ ਇੱਕ ਮੰਦਿਰ ਨੂੰ ਤੋੜਿਆ ਗਿਆ, ਅੱਤਵਾਦੀਆਂ ਵੱਲੋਂ ਇੱਕ ਨੁਕਸਾਨ ਪਹੁੰਚਾਇਆ ਗਿਆ। ਸੋ ਇਹ ਹਾਲਾਤ ਜਿੱਥੇ ਵੀ ਹੋਣ ਦੁਨੀਆ ਦੇ ਵਿੱਚ, ਮਤਲਬ ਜੋ ਇੱਕ ਧਰਮ ਦੂਜੇ ਧਰਮ ਦੀ ਇੱਜ਼ਤ ਕਰੇ, ਇੱਕ ਇਨਸਾਨ ਦੂਜੇ ਇਨਸਾਨ ਦੀ ਇੱਜ਼ਤ ਕਰੇ, ਸੋ ਇਹ ਹਾਲਾਤ ਜਿੱਥੇ ਵੀ ਹੁੰਦੇ ਨੇ ਦੁਨੀਆ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ। ਔਰ ਕਿਉਂਕਿ ਸਾਡੇ ਪੰਜਾਬੀ, ਸਾਡੇ ਭਾਰਤੀ ਦੁਨੀਆ ਦੇ ਹਰ ਕੋਨੇ 'ਚ ਵੱਸਦੇ ਨੇ, ਉਹ ਵੀ ਇਹ ਚੀਜ਼ ਸੋਚਣ ਵਾਸਤੇ ਮਜਬੂਰ ਹੋ ਜਾਂਦੇ ਨੇ ਵੀ ਇਹ ਕੀ ਹੈ, ਕਿਉਂਕਿ ਮਸਲਾ ਮੰਦਿਰ ਦਾ ਹੈ ਇੱਥੇ। ਹਾਂ, ਇਹ ਕਾਫੀ ਦੇਰ ਤੋਂ ਚੱਲਦਾ ਰਿਹਾ, ਪਹਿਲਾਂ ਵੀ ਹੋਇਆ, ਜਿਹਦੇ ਵਿੱਚ ਪੋਸਟਰ ਲਾਏ ਮੰਦਿਰ ਦੇ ਵਿੱਚ ਜਾ ਕੇ। ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਪੂਜਣਯੋਗ ਆ, ਉੱਥੇ ਇਸ ਤਰ੍ਹਾਂ ਦੀ ਰਾਜਨੀਤੀ ਜਾਂ ਇਸ ਤਰ੍ਹਾਂ ਦਾ ਜਿਹੜਾ ਰਣਗੋਬਾ ਕਰਨਾ ਗਲਤ ਹੈਗਾ। ਔਰ ਇਹ ਦੂਜੀ ਤੀਜੀ ਵਾਰੀ ਹੋ ਗਿਆ, ਪਰ ਉੱਥੋਂ ਦੀ ਗੌਰਮੈਂਟ ਨੇ ਅਜੇ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ। ਪਹਿਲਾਂ ਕਿਹਾ ਸੀਗਾ ਟਰੂਡੋ ਸਾਹਿਬ ਨੇ ਕਿ ਜੇ ਇਸ ਤਰ੍ਹਾਂ ਦੀ ਗੱਲ ਹੋਈ ਜਾਂ ਲੋਕ ਧਾਰਮਿਕ ਸਥਾਨਾਂ 'ਤੇ ਜਾ ਕੇ ਇਸ ਤਰ੍ਹਾਂ ਦੀ ਵਿਘਨ ਪਾਉਂਦੇ ਨੇ ਜਾਂ ਸ਼ਰਧਾਲੂਆਂ ਨੂੰ ਆਉਣ ਤੋਂ ਰੋਕਦੇ ਨੇ ਜਾਂ ਪੋਸਟਰ ਅੰਦਰ ਜਾਂਦੇ, ਅਸੀਂ ਉਹਨਾਂ 'ਤੇ ਬੁਰੀ ਤਰ੍ਹਾਂ ਨਜ਼ਰ ਰੱਖਾਂਗੇ ਔਰ ਉਹਨਾਂ ਨੂੰ ਅਸੀਂ ਆਪਣੀ ਗ੍ਰਿਫਤਾਰੀ ਵਿੱਚ ਵੀ ਲਵਾਂਗੇ, ਉਹਨਾਂ 'ਤੇ ਕੇਸ ਵੀ ਕਰਾਂਗੇ। ਔਰ ਉਸ ਤੋਂ ਬਾਅਦ ਉਹ ਹੁਣ ਟੋਰਾਂਟੋ ਦੇ ਏਰੀਆ 'ਚ ਹੋ ਗਿਆ। ਉਹਦੇ 'ਚ ਜਿਹੜਾ ਏਰੀਆ ਸੀਗਾ, ਮੰਦਿਰ ਸੀਗਾ, ਉਸ ਮੰਦਿਰ ਵਿੱਚ ਜਾ ਕੇ ਇਹਨਾਂ ਨੇ ਪੋਸਟਰ ਲਾਇਆ, ਕਈ ਕੁਝ ਕੀਤਾ। ਔਰ ਉਹ ਸਾਰੀਆਂ ਗੱਲਾਂ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਕਿ ਉਹ ਇਹਦੇ 'ਤੇ ਐਕਸ਼ਨ ਲੈਣ। ਜਦੋਂ ਕਿ ਇੰਡੀਅਨ ਗੌਰਮੈਂਟ ਉੱਥੇ ਜਾ ਕੇ ਉਹਨਾਂ ਨੇ ਗੱਲ ਕੀਤੀ ਆ, ਜਿਹੜੇ ਵੀ ਇੱਥੋਂ ਦੇ ਅਧਿਕਾਰੀ ਨੇ, ਉਹਨਾਂ ਨਾਲ ਗੱਲਬਾਤ ਕਰਕੇ ਕੀਤੀ ਕਿ ਇਹ ਮਸਲਾ ਅੱਗੇ ਨਹੀਂ ਵਧਣਾ ਚਾਹੀਦਾ, ਤਾਂ ਕਿ ਲੋਕ ਸ਼ਾਂਤੀ ਨਾਲ ਰਹਿ ਸਕਣ। ਔਰ ਇਹਦੇ ਵਿੱਚ ਤਾਂ ਕਿ ਜਿਹੜਾ ਲੋਕ ਕੰਮ ਕਰ ਰਹੇ ਨੇ, ਲੋਕਾਂ ਦੀ ਸ਼ਾਂਤੀ ਬਹਾਲੀ ਤੋਂ ਜਿਹੜੇ ਲੋਕਾਂ ਦਾ ਮੂੰਹ ਦੂਜੇ ਪਾਸੇ ਵਾਲੇ ਕਰ ਰਹੇ ਆ, ਖਾਸ ਕਰਕੇ ਇਹ 'ਚ ਇੰਡੀਅਨ ਲੋਕ ਨੇ, ਇਹਨਾਂ ਨੂੰ ਰੋਕਿਆ ਜਾਵੇ। ਔਰ ਉਹ ਕੁਝ ਏਰੀਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਵੀ ਆ, ਉੱਥੇ ਹਰਦੀਪ ਸਿੰਘ ਨਿੱਜਰ ਸੀਗੇ, ਉਹਨਾਂ ਦੇ ਆ ਕੇ ਗੋਲੀ ਮਾਰ ਕੇ ਮਾਰਤਾ ਸੀ, ਉਹਦੇ ਵੀ ਕੋਈ ਜਗ੍ਹਾ 'ਤੇ ਪੋਸਟਰ ਲਾ ਦਿੱਤੇ ਆ। ਔਰ ਮੇਰਾ ਖਿਆਲ ਹੈ ਜੇ ਉੱਥੋਂ ਦੀ ਗੌਰਮੈਂਟ ਜਾਂ ਉੱਥੋਂ ਦਾ ਡਿਫੈਂਸਿਵ ਏਰੀਆ
ਜਾਂ ਉੱਥੋਂ ਦੀ ਪੁਲਿਸ ਐਕਸ਼ਨ ਵਿੱਚ ਆਊਗੀ ਤੇ ਇਹ ਕੰਮ ਰੋਕਿਆ ਜਾ ਸਕਦਾ, ਕਿਉਂਕਿ ਉਹ ਬੜੇ ਅਲਰਟ ਨੇ। ਪਹਿਲੀ ਗੱਲ ਤਾਂ ਉਹ ਸਬੂਤ ਇਕੱਠੇ ਕਰ ਦਿੰਦੇ ਆ। ਸਬੂਤ ਇਕੱਠੇ ਕਰਨ ਤੋਂ ਬਾਅਦ ਜੇ ਸਬੂਤ ਸਾਰੇ ਇਕੱਠੇ ਹੋ ਗਏ, ਸਾਡੀ ਪੁਲਿਸ ਤਾਂ ਪਹਿਲਾਂ ਜਾਂਦਿਆਂ ਹੱਥ ਕੜੀ ਲਾਉਂਦੀ ਆ, ਜਾਂਦਿਆਂ ਫੜ ਲੈਂਦੇ ਆ, ਪੁੱਛਦੇ ਕਿਸੇ ਤੇ ਕੁਝ ਨਹੀਂ ਗਏ। ਇਹ ਵੀ ਨਹੀਂ ਪੁੱਛਦੇ ਵੀ ਅਸੀਂ ਕਿੱਥੋਂ ਆਏ ਹਾਂ, ਕਿਹੜਾ ਥਾਣਾ, ਕਿਹੜਾ ਚੌਂਕੀ ਹੈਗੀ ਆ, ਕਿੱਧਰੋਂ ਆ ਰਹੇ ਆ, ਸਿੱਧਾ ਫੜਦੇ ਆ। ਉਹ ਪਹਿਲਾਂ ਆਪਣਾ ਆਇਡੈਂਟੀਫਾਈ ਕਰਦੇ ਆ, ਆਇਡੈਂਟੀਫਿਕੇਸ਼ਨ ਦਿੰਦੇ ਆ, ਸਬੂਤ ਇਕੱਠੇ ਕਰਦੇ ਆ, ਫਿਰ ਜਾ ਕੇ ਫੜਦੇ। ਇਸ ਕਰਕੇ ਥੋੜ੍ਹਾ ਜਿਹਾ ਮੇਰਾ ਖਿਆਲ ਉੱਥੇ ਸਲੋ ਕੰਮ ਚੱਲ ਰਿਹਾ, ਔਰ ਮੇਰਾ ਖਿਆਲ ਉਹ ਫੜਨਗੇ, ਕਰਨਗੇ ਸਾਰਾ ਕੁਛ ਆ। ਉਹ ਇਹ ਜਿਹੇ ਕੰਮ ਨੂੰ ਜਾਂ ਹੀ ਨਹੀਂ ਜਾਣ ਦੇਣਗੇ। ਔਰ ਉਹਦੇ ਵਿੱਚ ਕੁਝ ਭਾਰਤੀਆਂ ਦੀ ਵੀ ਉੱਧਰ ਵਿੱਚ ਨਿਗਾਹ ਸੀਗੀ ਵੀ ਇਹ ਗਲਤ ਕੰਮ ਹੋ ਰਿਹਾ, ਜੋ ਕਿ ਇਹ ਕੋਈ ਵੀ ਧਰਮ ਦਾ ਇਸ਼ਟ ਹੈ, ਜੋ ਵੀ ਧਰਮ ਅਸਥਾਨ ਹੈ, ਉੱਥੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਸਾਰੇ ਸਮੁਦਾਇ ਇਕੱਠੇ ਨੇ, ਔਰ ਜਿਹੜਾ ਇੱਕ ਗੁਰੂ ਦਾ ਪੈਗਾਮ ਦਿੰਦੇ ਆ, ਉਹਨੂੰ ਇਸ ਤਰ੍ਹਾਂ ਦਾ ਭੰਗ ਨਹੀਂ ਕਰਨਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਇਹਦੇ ਵਿੱਚ ਸਾਰਿਆਂ ਲੋਕਾਂ ਨੇ ਇਹਦੇ 'ਤੇ ਜਿਹੜਾ ਹੈਗਾ ਗਲਤ ਉਹਨਾਂ ਦਾ ਐਕਸ਼ਨ ਮੰਨਿਆ ਵੀ ਇਹ ਨਹੀਂ ਹੋਣਾ ਚਾਹੀਦਾ। ਔਰ ਇਹਦੇ ਵਿੱਚ ਆਸਟ੍ਰੇਲੀਅਨ ਇੱਕ ਅਖਬਾਰ ਹੈ, ਉਹਨੇ ਇਹ ਨਿਊਜ਼ ਦਿੱਤੀ ਹੈ, ਔਰ ਵੀਡੀਓ ਵੀ ਗਈ ਹੈ। ਆਸਟ੍ਰੇਲੀਅਨ ਅਖਬਾਰ ਆ, ਉਹਨਾਂ ਨੇ ਦੱਸਦਾ ਵੀ ਆਹ ਬੰਦੇ ਆ, ਉਹਨਾਂ ਦੇ ਵਿੱਚ ਹੈਗੇ ਆ, ਮੁੰਡੇ ਆਏ ਆ, ਮੁੰਡੇ ਨਜ਼ਰ ਆ ਰਹੇ ਆ, ਜਿਹੜੇ ਵਿੱਚੋਂ ਨਜ਼ਰ ਆ ਰਹੇ। ਵੀਡੀਓ ਤਾਂ ਹਰ ਜਗ੍ਹਾ ਹੀ ਹੈਗੀ ਆ। ਅਸੀਂ ਇੰਨਾ ਬੈਕਵਰਡ ਕੰਟਰੀ ਹੈ, ਸਾਡੇ ਕੈਮਰੇ ਲੱਗੇ ਹਰ ਜਗ੍ਹਾ। ਹੁਣ ਲੁਧਿਆਣੇ ਵਿੱਚ ਬਹੁਤ ਲਾਤੇ ਇਹਨਾਂ ਨੇ, ਬਾਕੀ ਸ਼ਹਿਰਾਂ 'ਚ ਵੀ ਲੱਗ ਰਹੇ ਆ, ਔਰ ਪੰਜਾਬ ਗੌਰਮੈਂਟ ਨੇ ਲੈਤਾ ਕਿ ਹੁਣ ਸਾਰੇ CCTV ਕੈਮਰਿਆਂ ਦੇ ਅੰਡਰ ਆ ਜਾਣਗੇ। ਬਾਹਰਲੇ ਦੇਸ਼ਾਂ 'ਚ ਤਾਂ ਹੈ ਹੀ ਆ ਖੰਨਾ ਜੀ, ਤੁਸੀਂ ਦੇਖਿਆ ਹੀ ਆ, ਤੁਹਾਨੂੰ ਪਤਾ ਹੀ ਆ, ਹਰ ਥਾਂ ਤੇ ਕੈਮਰੇ ਹੈਗੇ, ਕੋਈ ਬੰਦਾ ਬਚ ਕੇ ਨਹੀਂ ਜਾਂਦਾ। ਕੈਮਰੇ ਦੀ ਅੱਖ ਬਹੁਤ ਇੱਦਾਂ ਦੀ ਸੈਂਸਿਟਿਵ ਹੁੰਦੀ ਹੈ, ਬੰਦਾ ਜਿੱਧਰ ਵੀ ਜਾਵੇ ਉੱਧਰ ਹੀ ਕੈਮਰਾ ਮੂਵ ਹੋਊਗਾ, ਉੱਧਰ ਹੀ ਜ਼ੂਮ ਹੋਊਗਾ, ਉੱਧਰ ਹੀ ਉਹਨੂੰ ਇਕੱਠਾ ਕਰਕੇ ਵੀਡੀਓ ਆ ਕੇ ਸੋਸ਼ਲ ਮੀਡੀਆ ਤੇ ਪੈ ਜਾਂਦੀ ਹੈ, ਫਿਰ ਇਹ ਪਛਤਾਉਂਦੇ ਲੋਕ। ਸੋ ਅਸੀਂ ਤੇ ਇਹੀ ਆਸ ਕਰ ਸਕਦੇ ਹਾਂ ਕਿ ਪਰਮਾਤਮਾ ਸਭ ਨੂੰ ਸੋਝੀ ਦੇਵੇ, ਭਾਵੇਂ ਉਹ ਰਾਜਨੀਤਿਕ ਖੇਤਰ ਦੇ ਲੋਕ ਨੇ, ਭਾਵੇਂ ਸਮਾਜਿਕ ਖੇਤਰ ਦੇ ਲੋਕ ਨੇ, ਭਾਵੇਂ ਧਾਰਮਿਕ ਖੇਤਰ ਦੇ ਲੋਕ ਨੇ, ਭਾਵੇਂ ਆਰਥਿਕ ਖੇਤਰ ਦੇ ਲੋਕ ਨੇ, ਭਾਵੇਂ ਆਮ ਜਨਤਾ ਹੈ ਤੇ ਭਾਵੇਂ ਵੱਡੇ ਲੋਕ ਨੇ, ਸਭ ਨੂੰ ਸੋਝੀ ਮਿਲੇ ਤਾਂ ਕਿ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ, ਸਭ ਨੂੰ ਸਹੀ ਤਰੀਕੇ ਨਾਲ ਜ਼ਿੰਦਗੀ ਜੀਣ ਦਾ ਮੌਕਾ ਮਿਲੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਜੀ ਬਲਕਾਰ ਜੀ, ਸਤਿ ਸ਼੍ਰੀ ਅਕਾਲ।